ਸੋਸ਼ਲ ਪੋਸਟ ਬਾਈ ਮਨਵੀਰ ਕੌਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਗੱਲਬਾਤ ਕਰਾਂਗੇ ਗੁਜਰਾਤ ਦੇ ਵਿੱਚ ਹਿੰਦੂਤਵਾ ਹੈਗੇਮਨੀ ਦੀ ਔਰ ਭਾਰਤ ਵੱਲੋਂ ਈਰਾਨ ਦੇ ਖਿਲਾਫ ਬੇਸਿਕਲੀ ਈਰਾਨ ਦੀਆਂ ਔਰਤਾਂ ਦੇ ਹੱਕ ਦੇ ਵਿੱਚ ਇੱਕ ਮਤੇ ਦੇ ਉੱਤੇ VOTING ਕਰਨ ਤੋਂ ਗੈਰ ਹਾਜ਼ਰੀ ਰੱਖੀ ਗਈ। ਉਸ ਗੈਰ ਹਾਜ਼ਰੀ ਦੇ ਕੀ ਮਤਲਬ ਨੇ, ਕੀ ਮਾਇਨੇ ਨੇ, ਉਹਨਾਂ ਨੂੰ ਸਮਝਾਂਗੇ। ਔਰ ਖਾਸ ਤੌਰ ਤੇ ਆਰਪੀਜੀ ਅਟੈਕ ਨੂੰ ਲੈ ਕੇ ਇੱਕ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਤਰਨਤਾਰਨ ਦੇ ਵਿੱਚ, ਉਹਦੇ ਤੇ ਗੱਲ ਕਰਾਂਗੇ। ਹੋਰ ਵੀ ਪੰਜਾਬ ਦੇ ਬੇहद ਜ਼ਰੂਰੀ ਮਸਲਿਆਂ ਦੇ ਉੱਤੇ। ਔਰ ਸਭ ਤੋਂ ਪਹਿਲਾਂ ਮੈਂ ਸਰ ਰਣਜੀਤ ਸਿੰਘ ਸਰ ਤੁਹਾਨੂੰ ਸ਼ਾਮਿਲ ਕਰਦੇ ਹੋਏ ਤੁਹਾਡਾ ਸਵਾਗਤ ਕਰਦੀ ਹਾਂ ਸਰ। ਥੈਂਕ ਯੂ ਸੋ ਮਚ, ਇਟਸ ਗੁੱਡ ਟੂ ਬੀ ਵਿਦ ਯੂ। ਸਰ, ਆਰਪੀਜੀ ਅਟੈਕ ਤਰਨਤਾਰਨ ਦੇ ਵਿੱਚ 9 ਦਸੰਬਰ ਨੂੰ ਹੋਇਆ ਸੀ ਤਾਂ ਉਹਦੇ ਤੇ ਪੁਲਿਸ ਵੱਲੋਂ ਡੀਜੀਪੀ ਪੰਜਾਬ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇੱਕ ਥਿਊਰੀ ਅੱਗੇ ਪੇਸ਼ ਕੀਤੀ ਗਈ ਹੈ। ਉਸ ਥਿਊਰੀ ਦੇ ਵਿੱਚ ਕਿਹਾ ਗਿਆ ਹੈ ਕਿ ਗੁਆਂਢੀ ਦੇਸ਼ ਵੱਲੋਂ ਆਰਗੇਨਾਈਜ਼ ਕਰਵਾਇਆ ਅਟੈਕ, ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਨੇ ਇਹਦਾ ਪੂਰਾ ਮਨ ਬਣਾਇਆ ਔਰ ਯੂਰਪ ਦੇ ਵਿੱਚ ਬੈਠੇ ਕੁਝ ਬੰਦਿਆਂ ਨੇ ਇਹਨੂੰ ਐਗਜ਼ੀਕਿਊਟ ਕਰਵਾਇਆ। ਮਦਦ ਕਿਹਦੀ ਲਈ ਗਈ? ਜੇਲ੍ਹਾਂ ਦੇ ਵਿੱਚ ਬੈਠੇ ਕੁਝ ਕੈਦੀਆਂ ਦੀ। ਔਰ ਉਹਨਾਂ ਨੇ ਤਰਨਤਾਰਨ ਦੇ ਨੇੜਲੇ ਇਲਾਕਿਆਂ ਦੇ ਕੁਝ ਜੁਵੇਨਾਈਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਅਟੈਕ ਦੇ ਲਈ ਵਰਤਿਆ। ਬਹੁਤ ਵੱਡੇ ਸਵਾਲ ਪੁਲਿਸ ਅੱਗੇ ਖੜੇ ਨੇ ਕਿ ਤੁਹਾਡੀ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਕੈਦੀ ਕਿਵੇਂ ਆਰਗੇਨਾਈਜ਼ ਕਰ ਸਕਦੇ ਨੇ, ਕਿਵੇਂ ਐਗਜ਼ੀਕਿਊਟ ਕਰ ਸਕਦੇ ਨੇ। ਜਿਹੜੇ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਨੇ ਉਹਨਾਂ ਨੂੰ ਕਦੋਂ ਐਕਸਟ੍ਰਾਡਾਈਟ ਕੀਤਾ ਕਰਵਾ ਪਾਏਗੀ ਪੰਜਾਬ ਪੁਲਿਸ ਔਰ ਕਦੋਂ ਐਟਲੀਸਟ ਕਲੈਰੀਫਿਕੇਸ਼ਨ ਦੇ ਪਾਏਗੀ? ਗੋਲਡੀ ਬਰਾੜ ਦੇ ਮਸਲੇ ਤੇ ਵੀ ਕੋਈ ਕਲੈਰਿਟੀ ਨਹੀਂ ਮਿਲੀ ਹੈ ਸਰ। ਆਰਪੀਜੀ ਖਿਡੌਣਾ ਬਣ ਚੁੱਕਾ ਹੈ। ਕਿਵੇਂ ਬਾਰਡਰੋਂ ਪਾਰ ਆ ਰਹੇ ਨੇ, ਇਹਨੂੰ ਕਿਵੇਂ ਰੋਕਿਆ ਜਾਏਗਾ? ਔਰ ਖਾਸ ਤੌਰ ਤੇ ਜਿਹੜਾ ਵੱਡਾ ਸਵਾਲ ਮੈਂ ਤੁਹਾਡੇ ਵੱਲ ਲੈ ਕੇ ਆਉਣਾ ਚਾਹਨੀ ਹਾਂ ਸਰ, ਛੋਟੇ ਛੋਟੇ ਬੱਚੇ ਵੱਡੇ ਵੱਡੇ ਕਾਂਡਾਂ ਦੇ ਵਿੱਚ ਸ਼ਾਮਿਲ ਹੋ ਰਹੇ ਆ। ਸਿੱਖ ਧਰਮ ਪੰਜਾਬ ਇੱਕ ਗੁਰੂਆਂ ਦੇ ਨਾਮ ਨਾਲ ਚੱਲਣ ਵਾਲੀ ਉਹ ਧਰਤੀ ਹੈ ਜਿੱਥੇ ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ। ਇਹ ਸਟੇਟਮੈਂਟ ਜਿਹੜੀ ਜਦੋਂ ਆਪਾਂ ਬੋਲਦੇ ਹਾਂ ਤਾਂ ਆਪਣੇ ਸਾਹਿਬਜ਼ਾਦਿਆਂ ਵੱਲ ਧਿਆਨ ਜਾਂਦਾ ਤੇ ਛੋਟੇ ਛੋਟੇ ਬੱਚੇ ਆਪਣੇ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਨੇ ਜੀ। ਇਹ ਨਾ ਮਤਲਬ ਕਿ ਸ਼ਾਇਰ ਨੇ 2 ਲਾਈਨਾਂ ਲਿਖੀਆਂ, ਜਿੱਦਾਂ ਇਹ ਫਿਗਮੈਂਟ ਆਫ ਇਮੈਜੀਨੇਸ਼ਨ ਦੇ ਨਾਲ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਰਨ ਹੋ ਰਹੀ ਹੈ, ਚਾਹੇ ਉਹ ਪੰਜਾਬ ਪੁਲਿਸ ਹੈ, ਚਾਹੇ ਬਿਊਰੋਕ੍ਰੇਸੀ ਹੈ, ਤੇ ਚਾਹੇ ਆਪ ਖੁਦ ਪੰਜਾਬ ਦੇ ਚੀਫ ਮਿਨਿਸਟਰ ਨੇ ਭਗਵੰਤ ਮਾਨ। ਇਹਦੇ ਬਾਰੇ ਕਹਿੰਦੇ ਆ ਵੀ ਬੇਸਬਬ ਮੁਸਕਰਾ ਰਹਾ ਹੈ ਚਾਂਦ, ਬੇਸਬਬ ਮੁਸਕਰਾ ਰਹਾ ਹੈ ਚਾਂਦ, ਕੋਈ ਸਾਜ਼ਿਸ਼ ਛੁਪਾ ਰਹਾ ਹੈ ਚਾਂਦ। ਤੇ ਇਹਨਾਂ ਦੀਆਂ ਗੱਲਾਂ ਪਿੱਛੇ ਜਿਵੇਂ ਦਸੰਬਰ 2 ਤੇ ਤੁਸੀਂ ਪਿੱਛੇ ਚਲ ਜਾਓ, ਕਿਵੇਂ ਇਹਨਾਂ ਨੇ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਨੇ ਕਿੰਨੀ ਵੱਡੀ ਬੋਲਡ ਸਟੇਟਮੈਂਟ ਦਿੱਤੀ ਜਿਹੜੀ ਕਿ ਟੋਟਲੀ ਫਾਲਸ ਨੈਰੇਟਿਵ ਸੀਗਾ ਇੱਕ ਅਰੈਸਟ ਬਾਰੇ। ਉਹ ਵੀ ਕੈਲੀਫੋਰਨੀਆ ਪੁਲਿਸ ਦੀ ਫਿਗਮੈਂਟ ਆਫ ਇਮੈਜੀਨੇਸ਼ਨ ਜੋੜ ਕੇ ਕਿ ਉਹਨੇ ਸੀਐਮ ਆਫਿਸ ਨੂੰ ਕੀਤਾ ਕੰਟੈਕਟ। ਜਦੋਂ ਇਹਨਾਂ ਨੂੰ ਗਵਰਨਰ ਪੰਜਾਬ ਕੰਟੈਕਟ ਕਰਦਾ ਹੈਗਾ ਨਵੰਬਰ 28 ਨੂੰ ਅਬਾਊਟ ਏ ਇੰਪੋਰਟੈਂਟ ਇਸ਼ੂ, ਤਾਂ ਚੀਫ ਸੈਕਟਰੀ ਜਿਹੜੀ ਕਿ ਐਡੀ ਟਾਪ ਬਿਊਰੋਕ੍ਰੈਟਿਕ ਪੋਸਟ ਆ, ਹੀ ਡਜ਼ਨਟ ਵਾਂਟ ਇਹ ਪ੍ਰੋਪਰ ਕਿ ਥਿੰਕ ਪ੍ਰੋਪਰ ਕਿ ਚੀਫ ਮਿਨਿਸਟਰ ਆਫਿਸ ਨੂੰ ਇਹਦੇ ਬਾਰੇ ਇਨਫੋਰਮ ਕੀਤਾ ਜਾਵੇ। ਤੇ ਉਸੇ ਤਰ੍ਹਾਂ ਫਿਗਮੈਂਟ ਆਫ ਇਮੈਜੀਨੇਸ਼ਨ ਨਾਲ ਚੀਫ ਮਿਨਿਸਟਰ ਪੰਜਾਬ ਚਿੱਠੀ ਲਿਖ ਰਿਹਾ ਗਵਰਨਰ, ਜਦ ਕਿ ਗਵਰਨਰ ਤਾਂ ਕਹਿ ਰਿਹਾ ਕਿ ਮੈਂ ਤਾਂ ਤੁਹਾਨੂੰ ਪਹਿਲੇ ਹੀ ਅਪਰੋਚ ਕਰ ਚੁੱਕਿਆ ਇਸ ਇਸ਼ੂ ਬਾਰੇ। ਸੋ ਦੇਰ ਇਜ਼ ਸਮ ਮਿਸਿੰਗ ਲਿੰਕਸ। ਜਿਸ ਤਰ੍ਹਾਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਹੁਣ ਆਰਪੀਜੀ ਅਟੈਕ ਦੀ ਥਿਊਰੀ ਸਾਹਮਣੇ ਲਿਆਂਦੀ ਹੈ, ਜਿਵੇਂ ਨਕੋਦਰ ਦੀ ਲਿਆਂਦੀ ਇਹਨਾਂ ਨੇ ਕਿਲਿੰਗ ਬਾਰੇ, ਉਹ ਬਹੁਤ ਕੁਝ ਇਮੈਜੀਨੇਟਿਵ ਆ। ਉਹਦੀ ਰਿਐਲਿਟੀ ਕੀ ਆ? ਇੱਕ ਛੋਟੇ ਛੋਟੇ ਬੱਚੇ ਵਾਇਲੈਂਸ ਵਿੱਚ ਇਨਵੋਲਵ ਹੋ ਰਹੇ। ਆਪਾਂ ਈਵਨ ਕੋਟਪੂਰੇ ਦੀ ਕਿਲਿੰਗ ਵਿੱਚ ਦੇਖਿਆ ਸੀ ਕਿ ਨਾਬਾਲਗ ਸੀ, 2 ਕਿ 3 ਨਾਬਾਲਗ ਸੀ। ਇਸੇ ਤਰ੍ਹਾਂ ਹੁਣ ਇਹ ਜਿਹੜਾ ਸਰਹਾਲੀ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ ਆਰਪੀਜੀ ਦਾ, ਉਹਦੇ ਚ ਵੀ ਇਹੀ ਗੱਲ ਕਹਿ ਰਹੇ ਆ। ਫਿਰ ਇਹ ਬੜੇ ਗੈਂਗਸ ਦੇ ਲਿੰਕ ਦਿਖਾ ਰਹੇ ਆ। ਅਲਟੀਮੇਟਲੀ ਲਿੰਕ ਆਉਂਦਾ ਪੰਜਾਬ ਦੀਆਂ ਜੇਲ੍ਸ ਦੇ ਵਿੱਚ। ਜਿਸ ਤਰ੍ਹਾਂ ਪਹਿਲੇ ਜਦੋਂ May 29 ਨੂੰ ਕਿਲਿੰਗ ਹੋਈ ਸੀ, ਉਹਦਾ ਵੀ ਜਿਹੜਾ ਮਾਸਟਰਮਾਈਂਡ ਅਕੋਰਡਿੰਗ ਟੂ ਪੰਜਾਬ ਪੁਲਿਸ, ਉਹ ਵੀ ਇਹਨਾਂ ਦੀ ਜਿਹੜੀ ਹੈਗੀ ਤਿਹਾੜ ਜੇਲ੍ਹ ਵਿਚ ਇਜ਼ ਅੰਡਰ ਦਾ ਡਾਇਰੈਕਟ ਕਮਾਂਡ ਆਫ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ। ਉਹ ਜੇਲ੍ਹ ਮੰਤਰੀ ਵੀ ਜਿਹੜਾ ਦਿੱਲੀ ਦਾ, ਉਹ ਆਪ ਜੇਲ੍ਹ ਚ ਔਨ ਕਰਪਸ਼ਨ ਚਾਰਜਸ ਸਿੰਸ ਲਾਸਟ ਮੋਰ ਦੈਨ 6 ਮੰਥਸ। ਤੇ ਉਹਦੀਆਂ ਕਿਸ ਤਰ੍ਹਾਂ ਦੀਆਂ ਵੀਡੀਓ ਆ ਰਹੀ। ਉਹਨਾਂ ਨੂੰ ਜਿਹੜੀ ਸਰਕਾਰ ਆਪਣੇ ਕਰਪਸ਼ਨ ਦੇ ਟੇਂਟਡ ਮਿਨਿਸਟਰ ਨੂੰ ਭਗਤ ਸਿੰਘ ਸ਼ਹੀਦ ਆਜ਼ਮ ਮੰਨਦੀ ਅੱਜ ਦਾ, ਤੁਸੀਂ ਵਾਟ ਯੂ ਐਕਸਪੈਕਟ ਫਰੋਮ ਦੈਟ ਸਰਕਾਰ? ਤੁਸੀਂ ਕੀ ਐਕਸਪੈਕਟ ਕਰੋਗੇ? ਕਿਹੜੀ ਥਿਊਰੀ? ਹੁਣ ਦਸੰਬਰ 2 ਦੀ ਚੀਫ ਮਿਨਿਸਟਰ ਪੰਜਾਬ ਦੀ ਸਟੇਟਮੈਂਟ ਠੀਕ ਆ ਕਿ ਉਹ BMW ਦੇ ਇਸ਼ੂ ਤੇ ਵੀ ਜਰਮਨੀ ਚ ਜਾ ਕੇ ਸਟੇਟਮੈਂਟ ਦੇ ਰਹੇ ਨੇ। ਇੱਥੇ ਹੁਣ ਆਹ ਜਿਹੜਾ ਨਵੰਬਰ 28 ਦਾ ਗਵਰਨਰ ਦਾ ਲਿੰਕ ਵਿਦ ਚੀਫ ਮਿਨਿਸਟਰ, ਫਿਰ ਚੀਫ ਮਿਨਿਸਟਰ ਵੱਲੋਂ
ਦਸੰਬਰ 30 ਤੋਂ ਚਿੱਠੀ ਲਿਖੀ ਜਾਣੀ, ਉਹ ਫਿਰ ਵਾਪਸ ਲੈਣੀ ਪੈਣੀ, ਕਿਉਂਕਿ ਗਵਰਨਰ ਤਾਂ ਪਹਿਲੇ ਹੀ ਉਸ ਪ੍ਰਕਿਰਿਆ ਨੂੰ ਰੰਭ ਚੁੱਕਿਆ ਸੀ। ਤੇ ਇਹਨਾਂ ਦੇ ਜਿਹੜੀ ਬਿਊਰੋਕ੍ਰੇਸੀ ਉਹ ਆਪਸ ਚ ਇਹਨਾਂ ਦਾ ਲਿੰਕ ਕਿਉਂ ਟੁੱਟ ਰਿਹਾ? ਇਹਦਾ ਇੱਕੋ ਇੱਕ ਕਾਰਨ ਆ ਕਿ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਇਹਨੂੰ ਦਿੱਲੀ ਦਰਬਾਰੀਏ ਚਲਾ ਰਹੇ ਨੇ। ਜਿਹੜੀ ਬਿਊਰੋਕ੍ਰੇਸੀ ਆ, ਪੁਲਿਸ ਐਡਮਿਨਿਸਟ੍ਰੇਸ਼ਨ ਆ, ਉਹ ਐਵਰੀਬਾਡੀ ਇਜ਼ ਆਨਸਰੇਬਲ ਟੂ ਦਿੱਲੀ ਦਰਬਾਰ। ਇਹਨਾਂ ਨੇ ਸ਼ਾਇਦ ਇਹ ਸੋਚ ਲਿਆ ਕਿ ਪੰਜਾਬ ਦੇ ਪਾਣੀ ਹੋ ਗਏ ਨੀਵੇਂ, ਤੇ ਹੁਣ ਆ ਕੇ ਅਸੀਂ ਇਹਨਾਂ ਦੇ ਕੰਢਿਆਂ ਤੇ ਪਾ ਲੈਣਾ ਦਿੱਲੀ ਦਰਬਾਰੀਆਂ ਨੇ ਕੋਠੀ। ਇਹ ਮਤ ਖਿਆਲ ਕਰੋ, ਪੰਜਾਬ ਦੇ ਪਾਣੀ ਨੀਵੇਂ ਹੋਇਆ, ਪਾਣੀ ਸਮੁੰਦਰ ਭਰਨਗੇ ਤੇ ਹਰ ਚੀਜ਼ ਦਾ ਜਵਾਬ ਮੰਗਿਆ ਜਾਊਗਾ। ਇੱਕ ਪਾਸੇ ਕਰਪਸ਼ਨ ਦਾ ਕਿੰਨੀ ਵੱਡੀ ਮੁਹਿੰਮ ਚਲਾ ਰਿਹਾ, ਇੱਕ ਪਿਛਲੀ ਸਰਕਾਰ ਦੇ ਕਿੰਨੇ ਮੰਤਰੀਆਂ ਤੇ ਟੇਂਟ ਆ ਰਿਹਾ। ਉਸੇ ਸਟੇਟ ਉਸ ਟਾਈਮ ਦੇ ਚੀਫ ਮਿਨਿਸਟਰ ਹੁਣ ਪੰਜਾਬ ਦੀਆਂ ਦੁਹਾਈਆਂ ਲੈ ਕੇ ਬੀਜੇਪੀ ਦੇ ਰੰਗ ਚ ਰੰਗ ਕੇ ਹੁਣ ਪੰਜਾਬ ਦੇ ਦੁਖੜੇ ਦੱਸਦੇ ਫਿਰਦੇ ਆ। ਪਹਿਲੇ ਇਹ ਤਾਂ ਦੱਸੋ ਵੀ ਤੁਹਾਡੀ ਸਰਕਾਰਾਂ ਵੇਲੇ ਕੀ ਹੋਇਆ, ਦੈਨ ਟਾਕ ਅਬਾਊਟ ਦਾ ਪ੍ਰੈਜ਼ੈਂਟ। ਇਸੇ ਤਰ੍ਹਾਂ ਜਿਹੜੀ ਹੁਣ ਪੰਜਾਬ ਦੀ ਗਵਰਨਮੈਂਟ ਆ, ਪਹਿਲੇ ਇਹ ਲੋਕਾਂ ਨੂੰ ਮੈਂ ਪਹਿਲੇ ਤੋਂ ਸ਼ੰਕੇ ਠਾ ਰਿਹਾ ਕਿ ਜਿਹੜੇ ਦਿੱਲੀ ਦਰਬਾਰੀਏ ਨੇ ਇਹ ਪੰਜਾਬ ਦੇ ਵਿੱਚ ਡਿਸੈਪਸ਼ਨ ਦੇ ਨਾਲ ਰਾਜ ਕਰ ਰਹੇ ਨੇ, ਜਿਹਦੇ ਕਰਕੇ ਪੰਜਾਬ ਦੀ ਪ੍ਰਾਈਡ ਤੇ ਡਿਗਨਿਟੀ ਨੂੰ ਸੱਟ ਵੱਜ ਰਹੀ ਹੈ। ਜੀ, ਇਹਦੇ ਵਿੱਚ ਹੋਰ ਵੀ ਸਬੂਤ ਹਜੇ ਆਪਾਂ ਉਡੀਕ ਰਹੇ ਹਾਂ ਕਿ ਆਰਪੀਜੀ ਅਟੈਕ ਨੂੰ ਲੈ ਕੇ ਪ੍ਰੂਫ ਐਵੀਡੈਂਸਿਸ ਜਨਤਕ ਕੀਤੇ ਜਾਣ, ਥੋੜਾ ਪਤਾ ਲੱਗੇ ਪੁਲਿਸ ਦੀਆਂ ਕਾਰਵਾਈਆਂ ਦਾ। ਤੇ ਆਪਾਂ ਅੱਗੇ ਜੋ ਇੰਪੋਰਟੈਂਟ ਮੁੱਦਾ ਸਰ ਮੈਂ ਅੱਜ ਦੇ ਇਸ ਪ੍ਰੋਗਰਾਮ 'ਚ ਮੈਂ ਚਾਹੁੰਦੀ ਹਾਂ ਦਰਸ਼ਕਾਂ ਤੱਕ ਪਹੁੰਚੇ, ਉਹ ਹੈ ਗੁਜਰਾਤ ਦੇ ਵਿੱਚ ਹਿੰਦੂਤਵਾ ਹੈਗੇਮਨੀ। 2002 ਤੋਂ ਹੁਣ 22 ਤੱਕ ਇੱਕ ਉਹ ਪਾਰਟੀ ਰੂਲ ਕਰ ਰਹੀ ਹੈ ਇੱਕ ਸੂਬੇ ਨੂੰ, ਬੀਜੇਪੀ ਪਾਰਟੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਮੁੱਖ ਮੰਤਰੀ ਹੁੰਦੇ ਸੀ ਔਰ ਉੱਥੇ ਸਰ ਕੋਈ ਐਂਟੀ ਇਨਕੰਬੈਂਸੀ ਨਹੀਂ ਹੈ, ਕਿਸੇ ਤਰ੍ਹਾਂ ਦੀ ਅਰਾਜਕਤਾ ਨਹੀਂ ਹੈ ਉਸ ਪਾਰਟੀ ਦੇ ਖਿਲਾਫ। ਔਰ ਉੱਥੇ ਇਲੈਕਸ਼ਨ ਜਿੱਤਣ ਦੇ ਲਈ ਅਰਵਿੰਦ ਕੇਜਰੀਵਾਲ ਜੀ, ਜੋ ਨਵੀਂ ਇੱਕ ਆਪੋਜੀਸ਼ਨ ਧਿਰ ਖੜੀ ਕਰਨਾ ਚਾਹੁੰਦੇ ਨੇ, ਨੈਸ਼ਨਲ ਪਾਰਟੀ ਬਣਨ ਦੇ ਕੰਢੇ ਤੇ ਹੀ ਨੇ, ਉਹਨਾਂ ਵੱਲੋਂ ਵੀ ਇੱਕ ਹਿੰਦੂਤਵੀ ਕਾਰਡ ਖੇਡਿਆ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਨੋਟਾਂ ਦੇ ਉੱਤੇ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾਉਣੀਆਂ ਚਾਹੀਦੀਆਂ ਨੇ, ਇਹਦੇ ਨਾਲ ਸਾਡੀ ਅਰਥ ਵਿਵਸਥਾ ਸੈਟਲ ਹੋ ਜਾਏਗੀ। ਸਰ, ਗੁਜਰਾਤ ਦੇ ਵਿੱਚ ਇਹ ਹਿੰਦੂ ਹਿਰਦੇ ਸਮਰਾਟ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕੋਈ ਸਟਰੋਂਗ ਆਪੋਜੀਸ਼ਨ ਉੱਥੇ ਨਹੀਂ ਹੈ ਜਿਹੜੀ ਇਹਨੂੰ ਟੈਕਲ ਕਰ ਸਕੇ, ਪਰ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ ਤੁਹਾਨੂੰ ਕਿਵੇਂ ਲੱਗਦੀ ਹੈ ਕਿ ਇੱਕ ਸੂਬੇ ਦੇ ਵਿੱਚ ਐਡਾ ਵੱਡਾ ਹੈਗੇਮਨੀ ਹੋਣੀ ਹਿੰਦੂਤਵਾ ਦੀ? ਜਿਹੜੀ ਗੁਜਰਾਤ ਦੀ ਇਲੈਕਸ਼ਨ ਹੋਈ ਹੈ ਨਾ, ਉਹ ਇੱਕ ਆਪਣੇ ਆਪ ਦੇ ਵਿੱਚ ਬੜਾ ਡਿਫਰੈਂਟ ਪਰਸਪੈਕਟਿਵ ਆ। ਉੱਥੇ ਜਿਹੜੀ ਹੈਗੀ ਆ, ਇੱਕ ਤਾਂ ਪੈਸੇ ਦੀ ਖੇਡ ਖੇਡੀ ਗਈ ਹੈ ਬਹੁਤ ਵੱਡੇ ਪੱਧਰ ਤੇ, ਦੂਜੀ ਸਿਆਸਤ ਖੇਡੀ ਗਈ ਆ ਹਿੰਦੂਤਵਾ ਦੀ। ਉੱਥੇ ਜਿਹੜੀ ਦੌੜ ਸੀਗੀ ਇਹ ਸੀਗੀ ਕਿ ਹੂ ਇਜ਼ ਦਾ ਅਨਡਿਸਪਿਊਟਡ ਹਿੰਦੂ ਸਮਰਾਟ ਇਨ ਟੂਡੇਜ਼ ਇੰਡੀਅਨ ਪੋਲਿਟਿਕਸ। ਜਦੋਂ ਦੀ ਆਰਐਸਐਸ ਦੀ ਇਨਸੈਪਸ਼ਨ ਹੋਈ ਆ, ਇਹ ਹੋਂਦ ਵਿੱਚ ਆਈ ਆ, ਜਿੱਡਾ ਵੱਡਾ ਕਿਰਦਾਰ ਹੁਣ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਐਜ਼ ਏ ਅਨਡਿਸਪਿਊਟਡ ਹਿੰਦੂ ਲੀਡਰ, ਇਦਾਂ ਦਾ ਰੁਤਬਾ ਕਿਸੇ ਨੂੰ ਵੀ ਹਾਸਲ ਨਹੀਂ ਹੋਇਆ ਅੱਜ ਤੱਕ। ਜਿਹੜਾ ਕਿ ਇੰਡੀਆ ਦੀ ਡੈਮੋਕ੍ਰੇਸੀ ਲਈ ਜਦੋਂ ਉਹਦੇ ਵਿੱਚ ਆਈਡਲ ਵਰਸ਼ਿਪ ਹੋਣ ਲੱਗ ਜੂਗੀ ਪੋਲੀਟੀਕਲ ਲੀਡਰ ਦੀ, ਜਿਹਦੇ ਬਾਰੇ ਡਾਕਟਰ ਅੰਬੇਦਕਰ ਨੇ ਆਪਣੀਆਂ ਪਹਿਲੇ ਸਪੀਚਸ ਦੇ ਵਿੱਚ ਕਾਂਸਟੀਟਿਊਐਂਟ ਅਸੈਂਬਲੀ 'ਚ ਕਿਹਾ ਸੀ ਕਿ ਜਿਸ ਦਿਨ ਇੰਡੀਅਨ ਪੋਲਿਟਿਕਸ ਦੇ ਵਿੱਚ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਆਈਡਲ ਵਰਸ਼ਿਪ ਜਿਹੜੀ ਹੈਗੀ ਪ੍ਰੋਮੀਨੈਂਸ ਲੈ ਜੂਗੀ, ਉਸ ਦਿਨ ਇੰਡੀਆ ਜਿਹੜਾ ਹੈਗਾ ਫਰੋਮ ਏ ਡੈਮੋਕ੍ਰੇਸੀ ਇਟ ਵਿਲ ਬਿਕਮ ਏ ਅਥੋਰਿਟੇਰੀਅਨ ਰਜੀਮ, ਜਿਹੜਾ ਆਪਾਂ ਦੇਖ ਰਹੇ ਹਾਂ। ਉਹਦੇ ਨਾਲ ਜਿਹੜਾ ਦੂਸਰਾ ਚਿਹਰਾ ਰੇਸ 'ਚ ਆਇਆ, ਉਹ ਆਇਆ ਅਰਵਿੰਦ ਕੇਜਰੀਵਾਲ, ਜਿਹੜੇ ਕਿ ਆਪ ਇੰਡੀਅਨ ਰੈਵਨਿਊ ਸਰਵਿਸ 'ਚ ਰਹੇ ਨੇ, ਇੰਨੇ ਚੰਗੇ ਇੰਸਟੀਚਿਊਟਸ 'ਚ ਪੜ੍ਹੇ ਨੇ। ਉਹਨਾਂ ਨੇ ਵੀ ਆਪਣੇ ਇਸ਼ੂਸ ਨੂੰ ਛੱਡ ਕੇ ਸਿਰਫ ਇੱਕ ਹਿੰਦੂ ਸਿਆਸਤ ਖੇਡੀ ਆ, ਜਿਹਦੇ 'ਚੋਂ ਵੈਸੇ ਬੁਰੀ ਤਰ੍ਹਾਂ ਫੇਲ ਹੋਏ ਆ। ਜਿਹੜੇ ਉਹਨਾਂ ਦੇ 5 ਉੱਥੇ ਐਮਐਲਏ ਜਿੱਤੇ ਵੀ ਆ, 13% ਸ਼ੇਅਰ ਆਇਆ, ਉਹਨਾਂ ਨੂੰ ਵੀ ਕਦੀ ਪੰਜਾਬ 'ਚ ਲਿਆ ਕੇ ਲੁਕਾਉਂਦੇ ਆ, ਹੁਣ ਦਿੱਲੀ ਲੈ ਕੇ ਗਏ ਹੋਏ ਲੁਕੋ ਕੇ, ਵੀ ਕਿਤੇ ਉਹਨਾਂ ਦੀ ਪੋਚਿੰਗ ਨਾ ਹੋ ਜਾਏ। ਕਿਉਂਕਿ ਉਹਨਾਂ ਐਮਐਲਏਸ ਦੇ ਵਿੱਚੋਂ ਵੀ ਇੱਕ ਐਮਐਲਏ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਜੇ ਕੋਈ ਇੰਡੀਆ 'ਚ ਲੀਡਰ ਆ ਸਾਡਾ ਹਿੰਦੂ ਲੀਡਰ ਆ ਤਾਂ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ। ਉੱਥੇ ਹੁਣ ਜਿਹੜੀ ਗੁਜਰਾਤ 'ਚ ਇਲੈਕਸ਼ਨ ਹੋਈ ਆ, ਈਵਨ ਇਲੈਕਟੋਰਲ ਬੌਂਡਸ ਦਾ ਬੜਾ ਵੱਡਾ ਇਸ਼ੂ ਉੱਠ ਰਿਹਾ, ਉਹ ਇੱਕ ਵੇ ਆਫ ਕਰਪਸ਼ਨ ਮੰਨੀ ਜਾ ਰਹੀ ਆ ਵਿਦ ਫਰੋਮ ਸਰਟਨ ਸੈਗਮੈਂਟਸ ਆਫ ਦਾ ਸਿਵਲ ਸੁਸਾਇਟੀ। ਉਹਦੇ ਬਾਰੇ ਕੇਸ ਜਿਹੜੀ ਪਟੀਸ਼ਨ ਲੱਗੀ ਹੋਈ ਆ ਸੁਪਰੀਮ ਕੋਰਟ ਦੇ ਵਿੱਚ ਇਸ ਟਾਈਮ ਤੇ, ਉਹ ਅੰਡਰ ਹੈਗੀ ਆ ਆਬਜ਼ਰਵੇਸ਼ਨ ਤੇ ਉਹਦੀ ਸੁਣਵਾਈ ਚੱਲ ਰਹੀ ਆ। ਉਹਦੇ ਵਿੱਚ ਜਿਹੜਾ ਗੁਜਰਾਤ 'ਚ ਹੁਣ ਆਇਆ, ਇੱਥੇ 706 ਕਰੋੜ ਦੇ ਜਿਹੜੇ ਸੀ ਇਲੈਕਟਰਲ ਬੌਂਡਸ
ਉਹ ਸਾਹਮਣੇ ਆਇਆ। ਉਹਦੇ ਚੋਂ ਮੈਜੋਰਟੀ 600 ਕਰੋੜ ਪਲੱਸ ਉਹ ਗਏ ਆ ਭਾਰਤੀ ਜਨਤਾ ਪਾਰਟੀ, 10 ਕਰੋੜ ਗਏ ਆ ਕਾਂਗਰਸ ਪਾਰਟੀ, 32 ਲੱਖ ਕਿੰਨਾ ਗਿਆ ਹੈਗਾ ਆਪ ਆਦਮੀ ਜਿਹੜੀ ਆਪ ਪਾਰਟੀ ਨੂੰ ਗਈ ਅਰਵਿੰਦ ਕੇਜਰੀਵਾਲ। ਪਰ ਇਹ ਵੀ ਉੱਥੇ ਆਇਆ ਕਿ ਜਿਹੜੀ ਵੋਟ ਪਹਿਲੇ 2070 ਜਿਹਦਾ ਮੁੱਲ ਪੈਂਦਾ ਸੀਗਾ 459 ਰੁਪੀਸ, ਉਹ ਇਸ ਵਾਰੀ ਮੁੱਲ ਪਿਆ 1500 ਰੁਪਇਆ। ਮਤਲਬ ਕਿ ਇਹ ਸਾਈਮਲਟੇਨੀਅਸ ਸਿਆਸਤ ਚੱਲੀ ਆ। ਉੱਥੇ ਮੋਰਬੀ ਬ੍ਰਿਜ ਦੀ ਕਿੱਡੀ ਵੱਡੀ ਟ੍ਰੈਜਡੀ ਹੋਈ ਸੀਗੀ ਹਜੇ ਮਹੀਨਾ ਪਹਿਲੇ, ਉਹ ਸਾਰਾ ਕੁਝ ਹੀ ਭੁਲਾ ਦਿੱਤਾ ਗਿਆ। ਸਿਰਫ ਤੇ ਸਿਰਫ ਧਰਮ ਆਧਾਰਿਤ ਸਿਆਸਤ ਖੇਡੀ ਗਈ ਆ। ਆਈਡਲ ਵਰਸ਼ਿਪ ਦਾ ਮਤਲਬ ਕਿ ਇੱਕ ਤਰ੍ਹਾਂ ਨਾਲ ਬੋਲਡਲੀ ਪ੍ਰਗਟਾਵਾ ਹੋਇਆ, ਜਿਹੜਾ ਕਿ ਇਟਸੈਲਫ ਇਜ਼ ਅ ਥ੍ਰੈਟ ਟੂ ਦਾ ਇੰਡੀਅਨ ਡੈਮੋਕ੍ਰੇਸੀ। ਜਿਹੜੇ ਵਰਲਡ ਵਾਈਡ ਇੰਡੈਕਸ ਆ ਰਹੇ ਆ ਡੈਮੋਕ੍ਰੇਸੀ ਬਾਰੇ, ਚਾਹੇ ਕਰਪਸ਼ਨ ਬਾਰੇ, ਚਾਹੇ ਪ੍ਰੈਸ ਫਰੀडम ਬਾਰੇ, ਉਹਦੇ ਚ ਇੰਡੀਆ ਲਗਾਤਾਰ ਸਲਾਈਡ ਕਰ ਰਿਹਾ। ਇਹਦੇ ਬਾਰੇ ਇੰਡੀਆ ਦਾ ਕਿਹਾ ਜਾ ਰਿਹਾ ਕਿ ਇਟ ਸ਼ੁੱਡ ਬੀ ਅ ਕੰਟਰੀ ਆਫ ਪਰਟੀਕੂਲਰ ਕੰਸਰਨ ਫॉर ਦਾ ਵਰਲਡ ਤੇ ਵਰਲਡ ਲੀਡਰਸ਼ਿਪ ਲਈ। ਇਹ ਵੀ ਕਿਹਾ ਜਾ ਰਿਹਾ ਕਿ ਇਟ ਇਜ਼ ਨਾਟ ਅ ਡੈਮੋਕ੍ਰੇਸੀ ਐਨੀਮੋਰ, ਇਟ ਇਜ਼ ਸਮਹਾਉ ਇਹ ਪਾਰਸ਼ਲ ਡੈਮੋਕ੍ਰੇਸੀ। ਇਹਨਾਂ ਵਰਤਾਰਿਆਂ ਕਰਕੇ ਇੰਡੀਆ ਦੀ ਜਿਹੜੀ ਵਰਲਡ ਵਾਈਡ ਰੈਂਕਿੰਗ ਆ ਉਹ ਡਿੱਗ ਰਹੀ ਆ। ਤੁਸੀਂ ਮਤਲਬ ਕਿ ਕਿਸੇ ਵੀ ਅਦਾਰੇ 'ਚ ਦੇਖੋ, ਜਿੱਥੇ ਕੋਈ ਹਿਊਮੈਨਿਟੇਰੀਅਨ, ਜਿੱਥੇ ਕੋਈ ਇਸ਼ੂਜ਼, ਭਾਵੇਂ ਇਹ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਆ, ਤਾਂ ਵੀ ਜਦੋਂ ਸੈਂਸਿਟਿਵ ਇਸ਼ੂਜ਼ ਆਉਂਦੇ ਨੇ ਕੰਸਰਨਿੰਗ ਹਿਊਮੈਨਿਟੀ, ਇੰਡੀਆ ਆਲਵੇਜ਼ ਐਬਸਟੇਨ ਕਰਦਾ। ਜੀ, ਕਾਫੀ ਸਰ ਕੁਐਸਚਨ ਉਠਾਏ ਗਏ ਨੇ ਕੇਂਦਰ ਦੀ ਸਰਕਾਰ ਦੇ ਉੱਤੇ, ਜਿਵੇਂ ਰਿਲੀਜੀਅਸ ਫਰੀडम ਨੂੰ ਲੈ ਕੇ, ਜਿਵੇਂ ਖਾਸ ਤੌਰ ਤੇ ਪੱਤਰਕਾਰਾਂ ਨੂੰ ਜੋ ਕੰਸਰਨ ਕਰਦੇ ਨੇ ਕਿ ਕਿੰਨੇ ਪੱਤਰਕਾਰ ਜੇਲ੍ਹਾਂ ਦੇ ਵਿੱਚ ਬੈਠੇ ਨੇ। ਸਟੈਨ ਸਵਾਮੀ ਜੀ ਦੇ ਕੇਸ ਦੇ ਵਿੱਚ ਵੀ ਇਹ ਚੀਜ਼ ਆਈ ਕਿ ਉਹਨਾਂ ਦਾ ਪਲਾਂਟ ਕੀਤਾ ਗਿਆ ਸੀ ਐਵੀਡੈਂਸ, ਜਿਹੜਾ ਅਲਟੀਮੇਟਲੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਲੈ ਕੇ ਗਿਆ। ਇਸ ਚੀਜ਼ ਨੂੰ ਵੀ ਵਿੱਚ ਅਗਰ ਆਪਾਂ ਜੋੜ ਕੇ ਵੇਖੀਏ ਤਾਂ ਕੇਂਦਰ ਦੀ ਕਾਰਵਾਈਆਂ, ਕੇਂਦਰ ਦੀ ਸਰਕਾਰ ਜੋ ਮੋਦੀ ਸਰਕਾਰ ਆ, ਉਹਦੀ ਕਾਰਵਾਈ ਨੂੰ ਕਿਵੇਂ ਆਪਾਂ ਵੇਖੀਏ? ਜਿਹੜਾ ਹੈ ਨਾ ਮਤਲਬ ਕਿ ਓਵਰਆਲ ਇੰਟਰਨੈਸ਼ਨਲ ਰਿਲੀਜੀਅਸ ਫਰੀडम ਬਾਰੇ ਯੂਨਾਈਟਿਡ ਸਟੇਟਸ ਕਮਿਸ਼ਨ ਦੀ ਰਿਪੋਰਟ ਆਈ ਸੀ ਉਹਨੇ, ਉਹਦੇ ਵਿੱਚ ਵੀ ਇੰਡੀਆ ਨੂੰ ਕਿਹਾ ਗਿਆ ਵੀ ਇਟਸ ਅ ਕੰਟਰੀ ਆਫ ਪਰਟੀਕੂਲਰ ਕੰਸਰਨ, ਕਿਉਂਕਿ ਇੱਥੇ ਰਿਲੀਜੀਅਸ ਫਰੀडम ਨੂੰ ਬਹੁਤ ਵੱਡੀ ਥ੍ਰੈਟ ਆ। ਇਹਦੇ ਨਾਲ ਮਾਈਨੋਰਟੀਜ਼ ਦੇ ਜਿਹੜੇ ਸੇਫਗਾਰਡਸ ਨੇ, ਕਿਉਂਕਿ ਜਦੋਂ ਇੰਡੀਆ ਬਣਿਆ ਸੀ, ਜਦੋਂ ਯੂਨੀਅਨ ਆਫ ਸਟੇਟਸ ਇਕੱਠੀ ਹੋਈ ਸੀ, ਤਾਂ ਉਸ ਟਾਈਮ ਤੇ ਜਿਹੜੇ ਇੰਡੀਆ ਦੇ ਪਹਿਲੇ ਪ੍ਰੈਜ਼ੀਡੈਂਟ ਸੀ ਡਾਕਟਰ ਰਾਜਿੰਦਰ ਪ੍ਰਸਾਦ, ਉਹਨਾਂ ਨੇ ਇਹ ਅਸ਼ੋਰੈਂਸ ਦਿੱਤੀ ਸੀ ਔਨ ਦਾ ਫਲੋਰ ਆਫ ਦਾ ਪਾਰਲੀਮੈਂਟ ਕਿ ਅਸੀਂ ਹਰ ਵਸੀਲੇ ਨਾਲ ਮਾਈਨੋਰਟੀਜ਼ ਦੇ ਰਿਲੀਜੀਅਸ ਫਰੀडम्स ਦੇ ਇਸ਼ੂਜ਼ ਨੂੰ ਹਮੇਸ਼ਾ ਪ੍ਰੋਮੀਨੈਂਸ ਦੇਵਾਂਗੇ ਤੇ ਅਸੀਂ ਹਰ ਹਾਲਤ ਵਿੱਚ ਇਸ ਨੂੰ ਸੇਫਗਾਰਡ ਰੱਖਾਂਗੇ ਕਿ ਮਾਈਨੋਰਟੀਜ਼ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਫੇਅਰ ਸਾਈਕੋਸਿਸ ਡਿਵੈਲਪ ਨਾ ਹੋਵੇ। ਬਟ ਇਹ ਓਵਰ ਪੀਰੀਅਡ ਆਫ ਟਾਈਮ, ਈਵਨ ਡਿਊਰਿੰਗ ਜਵਾਹਰ ਲਾਲ ਨਹਿਰੂ ਟਾਈਮ, ਉਦੋਂ ਵੀ ਇਹ ਇਸ਼ੂਜ਼ ਉੱਠਣ ਲੱਗੇ ਸੀ। ਪਰ ਸਮਹਾਉ ਕਿਉਂਕਿ ਉਹ ਬੜੇ ਏਬਲ ਉਸ ਟਾਈਮ ਤੇ ਪੋਲੀਟੀਕਲ ਲੀਡਰ ਸੀ, ਜਿੱਦਾਂ ਦੀਆਂ ਡਿਬੇਟਸ ਉਦੋਂ ਕੰਸਟੀਚੂਐਂਟ ਅਸੈਂਬਲੀ 16 ਦਿਨ ਲਗਾਤਾਰ ਹੋਈਆਂ ਸੀਗੀਆਂ, ਉਹ ਉਸ ਦਾ ਮਿਆਰ ਦੇਖ ਲਓ ਤੇ ਅੱਜ ਦਾ ਪਾਰਲੀਮੈਂਟ ਦਾ ਮਿਆਰ ਦੇਖ ਲਓ। ਇਹਦੇ 'ਚ ਇਹ ਮਤਲਬ ਕਿ ਮੇਜਰ ਜਿਹੜੇ ਲੀਡਿੰਗ ਨਿਊਜ਼ਪੇਪਰਸ ਆ ਉਹਦੇ 'ਚ ਆ ਰਹੇ ਆ ਕਿ ਪਾਰਲੀਮੈਂਟ ਜਿਹੜੀ ਹੈਗੀ ਆ, ਰੇਅਰਲੀ ਯੂ ਫਾਈਂਡ ਕਿ ਕੋਈ ਗੁੱਡ ਡਿਬੇਟ ਹੋ ਰਹੀ ਆ, ਕੋਈ ਪੋਲੀਟੀਕਲ ਇਸ਼ੂਜ਼ ਜਿਹੜੇ ਨੇ, ਕੋਈ ਮੈਮੋਰੇਬਲ ਇੱਦਾਂ ਦੀ ਸਪੀਚ ਜਾਂ ਡਿਬੇਟ ਵਿੱਚ ਇਸ ਤਰ੍ਹਾਂ ਦਾ ਵਾਰਤਾਲਾਪ ਚੱਲ ਰਿਹਾ ਕਿ ਜਿਹਨੂੰ ਕਿ ਆਉਣ ਵਾਲੇ ਸਮਿਆਂ 'ਚ ਯਾਦ ਰੱਖਿਆ ਜਾਊਗਾ। ਆਪਾਂ ਜੇ ਵੈਸੇ ਦੇਖ ਲਈਏ ਨਾ, ਜਿਹੜੀ ਹੁਣ ਰਿਪੋਰਟਰਸ ਵਿਦਆਊਟ ਬਾਰਡਰਸ ਦੀ ਆਈ ਹੈਗਾ, ਨਵੀਂ ਰਿਪੋਰਟ ਆਈ, ਉਹਦੇ 'ਚ ਉਹਨਾਂ ਨੇ ਦੱਸਿਆ ਕਿ ਇਸ ਸਾਲ ਦੇ ਵਿੱਚ ਸਾਰਿਆਂ ਨਾਲੋਂ ਵੱਡੇ ਪੱਧਰ ਤੇ ਜਿਹੜੇ ਜਰਨਲਿਸਟ ਨੇ ਵਰਲਡ ਵਾਈਡ, ਉਹ ਦੇ ਆਰ ਅੰਡਰ ਅਰੈਸਟ ਔਰ ਇਨ ਜੇਲ, ਫੇਸਿੰਗ ਸੀਰੀਅਸ ਮਤਲਬ ਕਿ ਚਾਰਜਸ ਦੇ ਵਿੱਚ ਨੇ, ਕਈ ਡਰੈਕੋਨੀਅਨ ਲਾਅਸ ਦੇ ਥੱਲੇ ਵੀ ਬੰਦ ਨੇ। ਔਰ ਉਹਨਾਂ ਨੇ ਨੰਬਰ ਦਿੱਤਾ 533 ਤੇ ਮੈਕਸਿਮਮ ਨੰਬਰ ਜਿਹੜੇ ਬੰਦ ਨੇ ਉਹਦੇ 'ਚ ਹੈਗਾ। ਇਹ ਜ਼ਿਆਦਾ ਕੰਸਰਨ ਤਾਂ ਆਇਆ ਕਿਉਂਕਿ ਜਿਹੜੀ ਚਾਈਨਾ ਦੇ ਵਿੱਚ ਰੀਸੈਂਟ ਅਪਰਾਈਜ਼ਿੰਗ ਹੋਈ ਆ ਜਾਂ ਇਰਾਨ 'ਚ ਹੋਈ ਆ, ਉਹਦੇ ਕਰਕੇ ਇਹ ਨੰਬਰ ਦੇ ਵਿੱਚ ਕਾਫੀ ਵਾਧਾ ਹੋਇਆ। ਇੰਡੀਆ ਵੀ ਕੋਈ ਇਹਦੇ 'ਚ ਬਹੁਤਾ ਪਿੱਛੇ ਨਹੀਂ ਗਾ। ਚਾਈਨਾ ਦੇ ਵਿੱਚ 110 ਜਰਨਲਿਸਟ ਇਸ ਟਾਈਮ ਤੇ ਜੇਲ੍ਹ 'ਚ ਨੇ। ਜਿਹੜਾ ਮਾਇਨਾਮਾਰ ਆ, ਬਰਮਾ ਜਿਹਨੂੰ ਆਪਾਂ ਕਹਿੰਦੇ ਆ, ਉੱਥੇ 62 ਆ, ਇਰਾਨ 'ਚ 47 ਆ, ਵੀਅਤਨਾਮ 39, ਬੈਲਾਰਸ ਉਹ ਵੀ ਇੱਕ ਬਹੁਤ ਅਥਾਰਟੇਰੀਅਨ ਰਜੀਮ ਆ, ਰਸ਼ੀਆ ਦੇ ਨਾਲ ਲੱਗਦਾ, ਉਹਦੇ ਵਿੱਚ ਵੀ 31 ਆ। ਈਵਨ ਜਿਹੜਾ ਇਸ ਟਾਈਮ ਤੇ ਮਨਵੀਰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ, ਉਹ ਵੀ ਬੈਲਾਰਸ
ਦੀ ਜਿਹੜੀ ਹਿਊਮਨ ਰਾਈਟਸ ਐਕਟਿਵਿਸਟ ਆ ਤੇ ਉੱਥੋਂ ਦੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਹੀ ਇਸ ਵਾਰੀ ਦਾ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਭਾਵੇਂ ਉਹ ਹਜੇ ਵੀ ਜੇਲ੍ਹ ਚ ਆਹੋ ਜਿਹਨੂੰ ਇਨਾਮ ਦਿੱਤਾ ਗਿਆ, ਪਰ ਉਹਨਾਂ ਨੇ ਜੋ ਉੱਥੇ ਬਾਰਬੈਰਿਟੀਜ਼ ਹੋ ਰਹੀਆਂ ਨੇ ਉਹਨਾਂ ਨੂੰ ਦੁਨੀਆ ਸਾਹਮਣੇ ਲਿਆਉਣ ਵਾਲੇ ਵੀ ਉਹੀ ਲੇਡੀ ਆ ਜਿਹਨੂੰ ਹੁਣ ਨੋਬਲ ਪੀਸ ਪ੍ਰਾਈਜ਼ ਮਿਲਿਆ ਹੈਗਾ। ਇਸੇ ਤਰ੍ਹਾਂ ਇੰਡੀਆ ਦੇ ਵਿੱਚ 7 ਜਿਹੜੇ ਜਰਨਲਿਸਟ ਨੇ ਉਹ ਜੇਲ੍ਹਾਂ 'ਚ ਨੇ, ਉਹਨਾਂ 'ਚੋਂ 6 ਜਿਹੜੇ ਜਰਨਲਿਸਟ ਆ ਉਹਨਾਂ ਤੇ ਅਨਲੌਫੁਲ ਐਕਟੀਵਿਟੀਜ਼ ਐਕਟ ਲੱਗਿਆ ਹੋਇਆ ਜੀ, ਚਾਹੇ ਉਹ ਕਪਾਨ ਆ, ਚਾਹੇ ਗੌਤਮ ਨਵਲਖਾ ਹੈਗਾ, ਇਸੇ ਤਰ੍ਹਾਂ ਹੋਰ ਨੇ 5 ਜਿਹੜੇ ਆ। ਇਹ ਜਿਹੜੀ ਚੀਜ਼ ਹੈਗੀ ਆ ਇੰਡੀਆ ਦੀ, ਭਾਵੇਂ ਹੁਣ ਤੁਸੀਂ ਦੇਖਿਆ ਕਿ ਇਰਾਨ ਦੀ ਅਪਰਾਈਜ਼ਿੰਗ ਕਰਕੇ ਜਿਹੜਾ ਉੱਥੇ ਹੁਣ ਯੂਨਾਈਟਿਡ ਨੇਸ਼ਨਸ ਦੀ ਸਿਕਿਉਰਿਟੀ ਕੌਂਸਲ ਦੀ ਮੀਟਿੰਗ ਹੋਈ, ਉਹਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਕਮਿਸ਼ਨ ਔਨ ਸਟੇਟਸ ਆਫ ਵੂਮਨ ਹੈ, ਜਿਹਦਾ ਕਿ ਇਰਾਨ April 22 ਦੇ ਵਿੱਚ ਉਹਦਾ ਮੈਂਬਰ ਬਣਿਆ ਫॉर 4 years, ਉਹ VOTING ਦੇ ਨਾਲ 29 ਮੈਂਬਰ ਸਟੇਟਸ ਨੇ ਉਹਦੇ ਕਿਹਾ ਵੀ ਇਹਨੂੰ ਇਸ ਬੋਡੀ ਵਿੱਚੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਹੈਗਾ, ਜਿਹਦੇ ਬਾਰੇ ਇਰਾਨ ਨੇ USA ਨੂੰ ਡਾਇਰੈਕਟਲੀ ਰਿਸਪੌਂਸਿਬਲ ਮੰਨਿਆ। ਇੰਡੀਆ ਵੀ ਉਸ ਬੋਡੀ ਦਾ ਮੈਂਬਰ ਸੀ, ਪਰ ਇਹਨਾਂ ਨੇ ਰੈਦਰ ਕੇ ਕੋਈ ਸਾਈਡ ਚੁਣਨ ਲਈ, ਜਿਹੜੀ ਹਿਊਮੈਨਿਟੀ ਦੀ ਸਾਈਡ ਆ, ਪਹਿਲੇ ਵੀ ਜਦੋਂ ਇਰਾਨ ਦੀ ਅਪਰਾਈਜ਼ਿੰਗ ਚੱਲ ਰਹੀ ਆ ਵੂਮਨਸ ਰਾਈਟਸ ਤੇ, ਉੱਥੇ ਵੂਮਨਸ ਅੱਗੇ ਹੋ ਕੇ ਫੋਰਫਰੰਟ ਤੇ ਲੜ ਰਹੀਆਂ ਨੇ, ਪਰ ਇੰਡੀਆ ਨੇ ਉੱਥੋਂ ਐਬਸਟੇਨ ਕੀਤਾ ਹੈਗਾ, ਜਿਹਦੇ ਨਾਲ ਕਿ ਇਹਨਾਂ ਦੀ ਵਰਲਡ ਵਾਈਡ ਸਟੈਂਡਿੰਗ ਜਿਹੜੀ ਆ ਉਹ ਡਿੱਗ ਰਹੀ ਆ। ਚਾਹੇ ਯੂਕਰੇਨ ਵਾਰ ਵੇਲੇ ਵੀ ਜੇ ਰਸ਼ੀਆ ਨੂੰ ਸੈਂਕਸ਼ਨਸ ਲਾਉਣੀਆਂ ਸੀਗੀਆਂ, ਉਦੋਂ ਵੀ ਇੰਡੀਆ ਨੇ ਸਮਹਾਉ ਉੱਥੋਂ ਪਿੱਛੇ ਰਹੇ ਨੇ, ਇਹਨਾਂ ਨੇ ਐਬਸਟੇਨ ਕੀਤਾ ਰਿਪੀਟਡਲੀ। ਸਿਟੀਜ਼ਨਸ਼ਿਪ ਨੂੰ ਲੈ ਕੇ ਵੀ ਇੱਕ ਡਾਟਾ ਸਾਹਮਣੇ ਆਇਆ ਸਰ ਪਾਰਲੀਮੈਂਟ ਦੇ ਥਰੂ ਕਿ ਕਿੰਨੇ ਲੋਕਾਂ ਨੇ ਸਿਟੀਜ਼ਨਸ਼ਿਪ ਛੱਡੀ ਹੈ ਇੰਡੀਆ ਦੀ। ਇਹਦੇ ਤੇ ਵੀ ਮੈਂ ਚਾਹੁੰਦੀ ਕਿ ਕੁਝ ਤੁਸੀਂ ਆਪਣੇ ਵਿਚਾਰ। ਜਿਹੜੇ ਨਾ ਪਿਛਲੇ ਜੇ 2014 ਔਨਵਰਡਸ ਆਪਾਂ ਦੇਖੀਏ ਤਾਂ ਤਕਰੀਬਨ 13 ਲੱਖ ਇੰਡੀਅਨ ਸਿਟੀਜ਼ਨਸ ਨੇ ਆਪਣੀ ਸਿਟੀਜ਼ਨਸ਼ਿਪ ਛੱਡੀ ਆ। ਇਹ ਇਸ਼ੂ ਪਾਰਲੀਮੈਂਟ ਵਿੱਚ ਵੀ ਉੱਠਿਆ ਇਸ ਟਾਈਮ ਤੇ ਜਦੋਂ ਸੈਸ਼ਨ ਚੱਲ ਰਿਹਾ, ਜਿਹੜਾ ਇਸ 10 ਮਹੀਨਿਆਂ ਦਾ 2022 ਦਾ, ਉਹਦੇ ਚ 1.83 ਲੱਖ ਜਿਹੜੇ ਇੰਡੀਅਨਸ ਨੇ ਉਹਨਾਂ ਆਪਣੀ ਸਿਟੀਜ਼ਨਸ਼ਿਪ ਛੱਡੀ ਆ। 3 ਮੁਲਕ ਨੇ ਦੁਨੀਆ 'ਚ, ਰਸ਼ੀਆ, ਚਾਈਨਾ ਤੇ ਇੰਡੀਆ, ਜਿੱਥੋਂ ਦੀ ਸਭ ਨਾਲੋਂ ਜ਼ਿਆਦਾ ਜਿਹੜੇ ਸਿਟੀਜ਼ਨਸ ਨੇ ਉਹ ਆਪਣੇ ਮੁਲਕਾਂ ਦੀਆਂ ਸਿਟੀਜ਼ਨਸ਼ਿਪ ਛੱਡ ਰਹੇ ਨੇ। ਇੰਡੀਆ 3ਜੇ ਨੰਬਰ ਤੇ ਆ ਆਫਟਰ ਚਾਈਨਾ, ਪਹਿਲੇ ਤੇ ਰਸ਼ੀਆ। ਇਹਨਾਂ ਵਿੱਚੋਂ ਜਿਹੜੇ ਅਪਰ ਇਨਕਮ, ਜਿਹੜੇ ਕਿ ਹਾਈ ਨੈਟਵਰਥ ਵਾਲੇ ਬੰਦੇ ਨੇ, ਜਿਨ੍ਹਾਂ ਕੋਲੇ ਇੰਨੀ ਐਬਿਲਿਟੀ ਆ ਕਿ ਉਹ $1 ਮਿਲੀਅਨ US, ਉਹ ਬਾਹਰ ਵੈਸਟਰਨ ਕੰਟਰੀਜ਼ ਦੇ ਵਿੱਚ ਇਨਵੈਸਟ ਕਰਕੇ ਉੱਥੋਂ ਦੀ ਸਿਟੀਜ਼ਨਸ਼ਿਪ ਲੈ ਰਹੇ ਆ, ਚਾਹੇ ਉਹ US ਸਿਟੀਜ਼ਨਸ਼ਿਪ ਆ, ਚਾਹੇ ਆਸਟ੍ਰੇਲੀਅਨ ਸਿਟੀਜ਼ਨਸ਼ਿਪ ਆ, ਚਾਹੇ ਕੈਨੇਡਾ ਦੀ ਸਿਟੀਜ਼ਨਸ਼ਿਪ ਆ, ਚਾਹੇ ਜਰਮਨੀ ਦੀ ਹੈਗੀ ਆ, ਇਸੇ ਤਰ੍ਹਾਂ ਸਿੰਗਾਪੁਰ ਦੀ ਆ, ਇਸੇ ਤਰ੍ਹਾਂ ਯੂਨਾਈਟਿਡ ਅਰਬ ਐਮਰੇਟਸ ਦੇ ਵਿੱਚ ਵੀ ਬਹੁਤ ਮਤਲਬ ਕਿ ਵੱਡੇ ਪੱਧਰ ਤੇ ਇਮੀਗ੍ਰੇਸ਼ਨ ਹੋ ਰਹੀ ਆ। ਇਹ ਜਿਹੜੀ ਉਹਨਾਂ ਤੋਂ ਪੁੱਛਿਆ ਗਿਆ ਕਿ ਈਵਨ ਪੰਜਾਬ 'ਚ ਲੈ ਲਓ, ਪੰਜਾਬ ਦੇ ਵਿੱਚ ਡਿਫਰੈਂਟ ਰੀਜ਼ਨਸ ਨੇ ਕਿ ਇੱਥੇ ਜਿਹੜੇ ਸਟੱਡੀ ਵੀਜ਼ਾਸ ਤੇ ਯੰਗ ਜਿਹੜਾ ਹੈਗਾ ਤਬਕਾ ਉਹ ਬਾਹਰ ਜਾ ਰਿਹਾ ਵੈਸਟਰਨ ਵਰਲਡ। 1 ਸਾਲ ਦੇ ਵਿੱਚ 1.5 ਲੱਖ ਦੇ ਕਰੀਬ ਜਿਹੜਾ ਯੂਥ ਆ ਪੰਜਾਬ ਦਾ ਉਹ ਵੈਸਟਰਨ ਵਰਲਡ ਜਾ ਰਿਹਾ, ਮੋਸਟਲੀ ਉਹਦੇ ਵਿੱਚ ਸਿੱਖ ਯੂਥ ਆ। ਭਾਵੇਂ ਉਹਨਾਂ ਦੇ ਘਰਦਿਆਂ ਨੂੰ ਕਰਜ਼ੇ ਚੱਕਣੇ ਪੈ ਰਹੇ ਨੇ, ਪਰ ਇਹਨਾਂ ਸਾਰਿਆਂ ਦਾ ਰੀਜ਼ਨ ਜਿਹੜਾ ਆ ਰਿਹਾ ਇਮੀਗ੍ਰੇਸ਼ਨ ਦਾ, ਸਿਟੀਜ਼ਨਸ਼ਿਪ ਛੱਡਣ ਦਾ, ਇਹਦੇ ਪਿੱਛੇ ਆ ਰਿਹਾ ਪੂਅਰ ਸਟੇਟ ਆਫ ਗਵਰਨੈਂਸ ਇਨ ਇੰਡੀਆ, lack of trust in the political leadership, corruption, a sense of security. People are not feeling ਕਿ ਉਹ ਇੱਥੇ ਰਹਿ ਕੇ ਸੇਫ ਤੇ ਸਿਕਿਉਰ ਰਹਿ ਸਕਦੇ ਆ। ਈਵਨ ਜਿਹੜੇ ਵੂਮਨ ਦੇ ਇਸ਼ੂਜ਼ ਨੇ ਉਹਦੇ ਬਾਰੇ ਵੀ ਲੋਕਾਂ ਦੇ ਵਿੱਚ ਬੜੀ ਵੱਡੀ ਚਿੰਤਾ ਕਿ ਜਿਹੜੀਆਂ ਸਾਡੀਆਂ ਲੇਡੀਜ਼ ਨੇ ਪਰਿਵਾਰਾਂ ਦੀਆਂ, ਉਹਨਾਂ ਲਈ ਇੱਥੇ এনवायरमेंट ਸੇਫ ਨਹੀਂਗਾ, ਕਿਉਂਕਿ ਇੰਡੀਆ ਦੇ ਵਿੱਚ ਐਵਰੀ ਡੇ 82 ਰੇਪ ਕੇਸ ਹੁੰਦੇ ਨੇ, ਰੇਪ ਵਿਕਟਮ ਬਣਦੇ ਨੇ 82। ਆਪਾਂ ਹੁਣ ਏਸਿਡ ਅਟੈਕ ਦੇਖਿਆ ਦਿੱਲੀ 'ਚ ਪਿਛਲੇ 2 ਦਿਨਾਂ 'ਚ, 17 ਈਅਰ ਕੁੜੀ ਆ ਸਕੂਲ ਗੋਇੰਗ ਗਰਲ ਜੀ ਤੇ ਏਸਿਡ ਅਟੈਕ ਹੋਇਆ। ਮਤਲਬ ਕਿ ਉਹਦੇ ਵਿੱਚ ਬੇਬਸੀ ਸਾਹਮਣੇ ਆ ਰਹੀ ਆ ਕਿ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਨੇ, ਲੋਕੀ ਮਤਲਬ ਕਿ ਸਕੇਅਰਡ ਫੀਲ ਕਰ ਰਹੇ ਆ ਕਿ ਇੰਡੀਆ ਦੀ ਜਿਹੜੀ ਗਰੋਥ ਪੋਟੈਂਸ਼ੀਅਲ ਹੈ, ਜਿਹੜਾ ਦਾ ਮੈਨੂਫੈਕਚਰਿੰਗ ਸੈਕਟਰ ਆ, ਜਿਹਦੇ ਸਾਰਿਆਂ ਨਾਲੋਂ ਜ਼ਿਆਦਾ ਜੌਬ ਓਪਰਚੁਨਿਟੀਜ਼ ਨੇ, ਸਟੈਂਡ ਸਟਿਲ ਆ ਚੁੱਕਿਆ। ਜੀ, ਵਾਲ ਸਟਰੀਟ ਜਰਨਲ ਦੇ ਵਿੱਚ ਕੁਝ ਛਪਿਆ ਸਰ ਜਿਹੜਾ ਇੰਡੀਆ ਨੂੰ ਕਾਫੀ ਕੰਸਰਨ ਕਰਦਾ ਹੈ।
ਵਾਲ ਸਟਰੀਟ ਜਰਨਲ ਇੱਕ ਦੁਨੀਆ ਦਾ ਬਹੁਤ ਨਾਮੀ ਤੇ ਮਤਲਬ ਕਿ ਜਿਹੜਾ ਕਿ ਇੱਕ ਰਿਲਾਇਬਲ ਸੋਰਸ ਆਫ ਇਨਫੋਰਮੇਸ਼ਨ ਦਾ ਅਖਬਾਰ, ਇਟ ਇਜ਼ ਬੇਸਡ ਇਨ ਨਿਊਯਾਰਕ। ਇਹਦੇ ਤੇ ਜਿਹੜੀ ਇੱਕ ਐਡਵਰਟਾਈਜ਼ਮੈਂਟ ਛਪੀ ਸੀ ਅਕਤੂਬਰ 13 ਨੂੰ, ਉਹ ਐਡਵਰਟਾਈਜ਼ਮੈਂਟ ਛਾਪੀ ਗਈ ਸੀਗੀ। ਇੱਕ ਉੱਥੇ ਐਨਜੀਓ ਹੈਗਾ ਫਰੀडम ਫਰੰਟੀਅਰਸ ਆਫ ਫਰੀडम, ਇਹ ਐਨਜੀਓ ਹੈਗਾ, ਇਹਦੇ ਵਿੱਚ ਇੱਕ ਇਸ਼ੂ ਉਠਾਇਆ ਗਿਆ ਸੀਗਾ। ਉਹ ਫੁੱਲ ਪੇਜ ਦੀ ਐਡਵਰਟਾਈਜ਼ਮੈਂਟ ਸੀਗੀ। ਉਹਦੇ ਵਿੱਚ ਇੱਕ ਐਂਥਰੈਕਸ ਦੀਵਾਸ ਕੇਸ ਚੱਲ ਰਿਹਾ ਇੰਡੀਆ 'ਚ। ਜਿਹੜਾ ਦੇਵਾਸ ਹੈਗੀ ਇਹ ਮਲਟੀਮੀਡੀਆ ਕਾਰਪੋਰੇਸ਼ਨ ਆ, ਇਹਦਾ ਹੈਡ ਹੈਗਾ ਰਾਮਚੰਦਰ ਵਿਸ਼ਵਾਨਾਥਨ। ਉਹ ਹੁਣ ਵਾਸ਼ਿੰਗਟਨ ਬੇਸਡ ਬਿਜ਼ਨਸਮੈਨ ਹੂ ਇਜ਼ ਹੈਡ ਆਫ ਦੈਟ ਮਲਟੀਮੀਡੀਆ। ਉਸ ਮਲਟੀਮੀਡੀਆ ਦੀ ਡੀਲ ਹੋਈ ਸੀਗੀ ਜਿਹੜੀ ਐਂਥਰੈਕਸ ਕਾਰਪੋਰੇਸ਼ਨ ਆ, ਉਹ ਹੈਗੀ ਆ ਜਿਹੜੀ ਕਮਰਸ਼ੀਅਲ ਆਰਮ ਹੈਗੀ ਆ ਇੰਡੀਆ ਦੀ ਸਪੇਸ ਰਿਸਰਚ ਆਰਗੇਨਾਈਜੇਸ਼ਨ ਦੀ। ਉਹ ਡੀਲ ਹੋਈ ਸੀ ਅਬਾਊਟ ਸੈਟਲਾਈਟਸ। ਉਹ ਬਿਲੀਅਨਸ ਆਫ ਡਾਲਰ ਦੀ ਡੀਲ ਸੀਗੀ। ਉਹ ਬਾਅਦ ਦੇ ਵਿੱਚ ਡੀਲ ਸਿਰੇ ਨਹੀਂ ਚੜੀ। ਉਸ ਕਰਕੇ ਜਿਹੜੀ ਇੰਡੀਅਨ ਗਵਰਨਮੈਂਟ ਨੇ ਜਿਹੜਾ ਉਹ ਕੇਸ ਵੀ ਜਿੱਤ ਗਿਆ ਸੀ ਰਾਮਚੰਦਰਨ ਜਿਹੜਾ ਹੈਗਾ ਵਿਸ਼ਵਾਨਾਥਨ, ਉਹਨੂੰ ਜਿਹੜੇ 1.3 ਬਿਲੀਅਨ ਡਾਲਰ ਦਾ ਅਵਾਰਡ ਹੋਇਆ ਸੀ ਕਿ ਇਹਦੇ ਜਿਹੜੇ ਲਾਸਸ ਹੋਏ ਆ ਉਹ ਸਪੇਸ ਆਰਗੇਨਾਈਜੇਸ਼ਨ ਨੂੰ ਇਹਨੂੰ ਇੰਨਾ ਪੇ ਕਰਨਾ ਪੈਣਾ, ਕਿਉਂਕਿ ਸਪੇਸ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹ ਇੰਡੀਅਨ ਗਵਰਨਮੈਂਟ ਦਾ ਇੱਕ ਕੰਸਰਨ ਆ, ਇੰਡੀਅਨ ਗਵਰਨਮੈਂਟ ਦੀ ਆਰਗੇਨਾਈਜੇਸ਼ਨ ਆ। ਪਰ ਇਹਨਾਂ ਨੇ ਦਿੱਲੀ ਹਾਈ ਕੋਰਟ ਵਿੱਚੋਂ ਜਾ ਕੇ ਉਹ ਜਿਹੜੇ ਸੀਗਾ ਅਗਸਤ ਦੇ ਵਿੱਚ ਉਹ ਜਿਹੜੇ ਸੀਗੇ ਜਿਹੜਾ ਵਰਡਿਕਟ ਆਇਆ ਸੀ ਉਹਦੀ ਫੇਵਰ 'ਚ, ਉਹਨੂੰ ਇਹਨਾਂ ਨੇ ਓਵਰਟਰਨ ਕਰਾ ਲਿਆ। ਇਨਫੈਕਟ ਇਹਨਾਂ ਨੇ ਉਹਦੇ ਤੇ ਖਿਲਾਫ ਕਰਪਸ਼ਨ ਦਾ ਤੇ ਇਸ ਤਰ੍ਹਾਂ ਦੇ ਮਤਲਬ ਕਿ ਉਹ ਤੇ ਕੇਸ ਕਰਤਾ। ਕੇਸ ਕਰਕੇ ਇੰਟਰਪੋਲ ਤੋਂ ਉਹਦਾ ਵਾਰੰਟ ਮੰਗਣਾ ਚਾਹਿਆ ਇੰਡੀਅਨ ਗਵਰਨਮੈਂਟ ਨੇ, ਪਰ ਉਹ ਸਮਹਾਓ ਇਹਨਾਂ ਦੀ ਪਕੜ ਵਿੱਚ ਨਹੀਂ ਆਇਆ। ਉਹ ਜਦੋਂ ਹੁਣ ਇੰਡੀਆ ਦੀ ਫਾਈਨੈਂਸ ਮਿਨਿਸਟਰ ਅਕਤੂਬਰ ਦੇ ਵਿੱਚ USA ਦੇ ਆਪਣੇ ਸਟੇਟ ਵਿਜ਼ਿਟ ਤੇ ਗਏ ਨੇ, ਉਸ ਤੋਂ ਪਹਿਲੇ ਉਹਨਾਂ ਨੇ ਜਿਹੜੀ ਫਰੰਟੀਅਰਸ ਆਫ ਫਰੀडम ਆਰਗੇਨਾਈਜੇਸ਼ਨ ਹੈ, NGO ਹੈਗੀ ਹੈ, ਇਹ ਬੇਸਿਕਲੀ ਰਿਲੇਟਡ ਵਿਦ ਰਿਪਬਲਿਕਨ ਸੈਨੇਟਰ ਆ, ਬਹੁਤ ਪਾਵਰਫੁਲ। ਉਸ ਦੇ ਨਾਲ ਇਹ ਕੰਸਰਨ ਜੁੜਿਆ ਹੋਇਆ NGO। ਇਹਨਾਂ ਨੇ ਵਿਸ਼ਵਾਨਾਥਨ ਦੀ ਹੱਕ ਦੇ ਵਿੱਚ ਐਡਵਰਟਾਈਜ਼ਮੈਂਟ ਲਾਈ ਸੀ ਤੇ ਸਟੇਟ ਡਿਪਾਰਟਮੈਂਟ ਜਿਹੜਾ USA ਦਾ, ਉਹਨਾਂ ਨੂੰ ਅਪੀਲ ਕੀਤੀ ਸੀ ਕਿ ਜਿਹੜਾ ਇੰਡੀਆ ਦੀ ਫਾਈਨੈਂਸ ਮਿਨਿਸਟਰ, ਇੰਡੀਆ ਦੇ ਸੁਪਰੀਮ ਕੋਰਟ ਦੇ ਜੱਜਿਸ, ਐਨਫੋਰਸਮੈਂਟ ਡਾਇਰੈਕਟੋਰੇਟ, ਫਿਰ ਉਹਨਾਂ ਨੇ ਅਦਰ ਏਜੰਸੀਜ਼, ਉਹਨਾਂ ਨੇਮ ਬਾਈ ਨੇਮ ਕਿਹਾ ਸੀਗਾ ਕਿ ਇਹਨਾਂ ਤੇ ਜਿਹੜਾ ਹੈਗਾ ਟੋਟਲ ਬੈਨ ਲੱਗਣਾ ਚਾਹੀਦਾ ਹੈਗਾ US ਦੀ ਐਂਟਰੀ ਤੇ। ਉਹਦੇ ਕਰਕੇ ਜਿਹੜਾ ਸੀਗਾ ਇੰਡੀਆ ਨੇ ਉਹਦਾ ਬਹੁਤ ਸ਼ਾਰਪਲੀ ਰਿਐਕਟ ਕੀਤਾ ਹੈਗਾ ਉਸ ਐਡਵਰਟਾਈਜ਼ਮੈਂਟ ਕਰਕੇ। ਇਹਨਾਂ ਨੇ ਇੱਥੋਂ ਤੱਕ ਕਿ ਵਾਲ ਸਟਰੀਟ ਨੂੰ, ਜਰਨਲ ਦੀ ਮੈਨੇਜਮੈਂਟ ਨੂੰ ਬਲੇਮ ਕੀਤਾ ਹੈਗਾ ਕਿ ਤੁਸੀਂ ਜਿਹੜਾ ਇਹ ਵਿਸ਼ੀਅਸ ਕੰਪੇਨਸ ਇੰਡੀਅਨ ਗਵਰਨਮੈਂਟ ਦੇ ਖਿਲਾਫ ਚੱਲਿਆ, ਇਟਸ ਅ ਡਾਇਰੈਕਟ ਥ੍ਰੈਟ to Indian sovereignty and it is the weaponization of the American print media against Indian interests। ਐਡਾ ਵੱਡਾ ਇਸ਼ੂ ਹੈ। ਆਪਾਂ ਇੱਥੇ ਇੰਡੀਅਨ ਪ੍ਰੈਸ ਦੇ ਵਿੱਚ ਇਹਦਾ ਕੋਈ ਕਦੀ ਜ਼ਿਕਰ ਨਹੀਂ ਹੋਇਆ ਕਿ ਇਸ ਤਰ੍ਹਾਂ ਦਾ ਜਿਹੜੀ ਇੰਡੀਆ ਦੀ ਜਿਹੜੀ ਪਿਕਚਰ ਆ ਉਹ ਵਰਲਡ ਵਾਈਡ ਕਿੱਦਾਂ ਦੀ ਅਮਰਜ ਕਰ ਰਹੀ ਹੈ। ਜੀ ਸਰ, ਜੀ ਸਰ, ਇਸ ਮਸਲੇ ਤੇ ਅੱਗੇ ਵੀ ਨਿਗਾਹ ਬਣਾਈ ਰੱਖਾਂਗੇ ਸਰ। ਪਰ ਪੰਜਾਬ ਵੱਲ ਨੂੰ ਜਦੋਂ ਮੁੜਦੇ ਹਾਂ ਤਾਂ ਪੰਜਾਬ 'ਚ 2 ਇੰਪੋਰਟੈਂਟ ਕੰਸਰਨ ਹੈਗੇ ਨੇ। ਇੱਕ ਤਾਂ ਗੁਰਦੁਆਰਿਆਂ ਦੇ ਵਿੱਚ ਸਿਟਿੰਗ ਅਰੇਂਜਮੈਂਟਸ ਨੂੰ ਲੈ ਕੇ ਕਾਫੀ ਇੱਕ ਕਨਫਲਿਕਟ ਖੜਾ ਕੀਤਾ ਗਿਆ ਹੈ ਸਰ। ਮੈਂ ਚਾਹੁੰਦੀ ਕਿ ਪਹਿਲਾਂ ਆਪਾਂ ਉਹਨੂੰ ਐਡਰੈਸ ਕਰੀਏ ਔਰ ਉਸ ਤੋਂ ਬਾਅਦ ਬੇਅਦਬੀ ਇਨਸਾਫ ਮੋਰਚਾ ਜਿਹੜਾ ਹੈਗਾ, ਸੁਖਰਾਜ ਸਿੰਘ ਨਿਆਮੀਵਾਲਾ ਲੱਗੇ ਹੋਏ ਨੇ, 1 ਸਾਲ ਹੋ ਚੁੱਕਾ ਹੈ, ਫਿਰ ਆਪਾਂ ਉਹਦੇ ਤੇ ਚੱਲਦੇ ਹਾਂ ਸਰ। ਗੁਰਦੁਆਰਿਆਂ ਦੇ ਵਿੱਚ ਅਰੇਂਜਮੈਂਟ ਨੂੰ ਲੈ ਕੇ ਜਿਹੜੇ ਹੈ ਨਾ, ਹੁਣ ਜਦੋਂ ਭਾਈ ਵੀਰ ਸਿੰਘ ਦਾ 150ਵਾਂ ਜਨਮ ਦਿਵਸ ਮਨਾਇਆ ਗਿਆ ਸੀ ਦਿੱਲੀ 'ਚ, ਤਾਂ ਉੱਥੇ ਇੰਡੀਆ ਦੇ ਰਹਿ ਚੁੱਕੇ ਚੀਫ ਜਸਟਿਸ ਆਫ ਇੰਡੀਆ ਜਸਟਿਸ ਖੇਰ, ਉਹਨਾਂ ਨੇ ਇੱਕ ਸਵਾਲ ਉਠਾਇਆ ਸੀ ਕਿ ਇਸ ਟਾਈਮ ਤੇ ਸਿੱਖਸ ਜਿਹੜੀ ਕੋਲੇ ਚੈਲੰਜਸ ਨੇ, 3 ਚੈਲੰਜਸ ਨੇ। ਇੱਕ ਤਾਂ ਮਾਡਰਨਾਈਜੇਸ਼ਨ, ਕਿਉਂਕਿ ਜਿਸ ਤਰ੍ਹਾਂ ਦਾ ਰੈਡੀਕਲਾਈਜੇਸ਼ਨ ਦਾ ਪ੍ਰਗਟਾਵਾ ਹੋ ਰਿਹਾ, ਜਿਸ ਤਰ੍ਹਾਂ ਦੇ ਫੰਡਾਮੈਂਟਲਿਜ਼ਮ ਦਾ ਆਪਣੇ ਸਾਹਮਣੇ ਚਿਹਰੇ ਆ ਰਹੇ ਆ, ਜਦ ਕਿ ਸਿੱਖ ਧਰਮ ਦੇ ਵਿੱਚ, ਸਿੱਖ ਕੌਮ 'ਚ ਇੱਕ ਫਲਸਫਾ ਹੈਗਾ, ਇਹਦੇ ਵਿੱਚ ਰੈਡੀਕਲਾਈਜੇਸ਼ਨ, ਫੰਡਾਮੈਂਟਲਿਜ਼ਮ, ਜਿਸ ਤਰ੍ਹਾਂ ਦੀਆਂ ਤਾਲਿਬਾਨਾਂ ਸੋਚਦੀਆਂ ਇੱਥੇ ਜ਼ਿਕਰ ਹੋ ਰਹੇ ਨੇ, ਉਹਦਾ ਲਈ ਕੋਈ ਵੀ ਬੁਨਿਆਦ ਪ੍ਰਸਤੀ ਦੀ ਸਿੱਖ ਧਰਮ ਵਿੱਚ ਕੋਈ ਜਗ੍ਹਾ ਨਹੀਂ। ਉਹ ਆਪਸ 'ਚ ਮੇਲ ਹੀ ਨਹੀਂ ਖਾਂਦੀ ਚੀਜ਼। ਸੈਕੰਡਲੀ ਉਹਨਾਂ ਨੇ ਇਸ਼ੂ ਉਠਾਇਆ ਸੀਗਾ
ਜਿਹੜਾ ਮਾਈਥੋਲੋਜਾਈਜੇਸ਼ਨ ਹੋ ਰਹੀ ਆ ਤੇ ਜਿਹੜੇ ਆਪਣਾ ਇਤਿਹਾਸ ਆ, ਸਿੱਖ ਫਿਲਾਸਫੀ ਇਤਿਹਾਸਕ ਪੱਖਾਂ ਨਾਲ ਜੁੜੀ ਹੋਈ ਆ, ਪਰ ਇਸ ਨੂੰ ਵੀ ਮਿਥਿਹਾਸਕ, ਜਿਵੇਂ ਹਿੰਦੂ ਧਰਮ ਦੇ ਵਿੱਚ ਮਿਥਿਓਲੋਜੀ ਹਾਵੀ ਆ, ਉਸ ਤਰ੍ਹਾਂ ਦੀ ਰੰਗਤ ਦਿੱਤੀ ਜਾ ਰਹੀ ਹੈ। ਵਹਿਮਾਂ ਭਰਮਾਂ ਦੇ ਵਿੱਚ ਸਿੱਖ ਫਿਲਾਸਫੀ ਨੂੰ ਬੁਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਤੀਸਰਾ ਇਸ਼ੂ ਉਠਾਇਆ ਸੀ ਪ੍ਰੋਸੈਲਿਟਾਈਜੇਸ਼ਨ, ਕਿ ਜਿਹੜੇ ਕਨਵਰਸ਼ਨ ਦੇ ਇਸ਼ੂ ਉਹਦਾ ਖਤਰਾ ਉਠਾਇਆ ਜਾ ਰਿਹਾ, ਉਹ ਇੱਕ ਇਮੈਜੀਨੇਟਿਵ ਥਾਟਸ ਨੇ। ਠੀਕ ਆ, ਜਿਹੜਾ ਜਾਤ ਪਾਤ ਦਾ ਐਡਾ ਵੱਡਾ ਪਰਛਾਵਾਂ ਸਿੱਖ ਕੌਮ ਦੇ ਵਿੱਚ ਗਹਿਰਾ ਹੋ ਚੁੱਕਿਆ, ਉਹਦੇ ਕਾਰਨ ਲੱਭਣ ਦੀ ਬਜਾਏ ਕਿ ਕਿਉਂ ਇੱਕ ਤਬਕਾ ਸਾਡੇ ਤੋਂ ਸਿੱਖ ਕੌਮ ਤੋਂ ਦੂਰ ਹੋ ਰਿਹਾ, ਉਹ ਸਿੱਖ ਹੋ ਕੇ ਵੀ ਸਿੱਖ ਬਣਨ ਨੂੰ ਤਿਆਰ ਨਹੀਂ, ਉਸ ਦੇ ਵਿੱਚ ਜਿਹੜੀ ਇੱਕ ਹਵਾ ਆਈ ਆ, ਉਹ ਹੈਗੀ ਆ ਬੇਸਮਤ ਹਵਾओं ने हर लहर से साजिश सी, बेसमत हवाओं ने हर लहर से साजिश की, ख्वाबों की जंजीरों का नक्शा नहीं बदला। ये ਜਿਹੜੀਆਂ ਸਾਡੇ ख्वाबां ਦੀਆਂ ਜੰਜ਼ੀਰਾਂ ਦਾ ਨਕਸ਼ਾ ਨਾ, ਜਦੋਂ ਵੀ ਅਸੀਂ ਉਹਨੂੰ ਬਦਲਣਾ ਚਾਹੁੰਦੇ ਆ ਤਾਂ ਕੋਈ ਨਾ ਕੋਈ ਇਦਾਂ ਦੀ ਬੇਸਮਤ ਹਵਾ ਆ ਜਾਂਦੀ ਆ। ਜਿਸ ਤਰ੍ਹਾਂ ਹੁਣ ਗੁਰਦੁਆਰੇ ਦੇ ਵਿੱਚ ਇਹਨਾਂ ਨੇ ਆ ਕੇ ਦਸੰਬਰ 12 ਦੀ ਰਾਤ ਨੂੰ ਉੱਥੇ ਆ ਕੇ ਉੱਥੋਂ ਦਾ ਫਰਨੀਚਰ ਤੋੜਿਆ ਗਿਆ। ਉਹਨੂੰ ਮੈਂ ਕਿਰਪਾਨ ਨਹੀਂ ਕਹੂੰਗਾ, ਇਹਨਾਂ ਨੇ ਤਲਵਾਰਾਂ ਨਾਲ, ਕਿਉਂਕਿ ਸਿੱਖਾਂ ਲਈ ਕਿਰਪਾਨ ਦੀ ਇੱਕ ਅਹਿਮ ਮਹੱਤਤਾ, ਪਰ ਜੋ ਉੱਥੇ ਵਰਤਾਰਾ ਹੋਇਆ ਉਹ ਤਲਵਾਰਾਂ ਦੇ ਨਾਲ ਬੁਰਸ਼ਾਗਰਦੀ ਹੋਈ ਆ। ਉੱਥੇ ਵਰਸ਼ਿਆਂ ਨਾਲ ਉਹ ਸਾਰਾ ਫਰਨੀਚਰ ਮਤਲਬ ਕਿ ਪਾੜਿਆ ਗਿਆ। ਫਿਰ ਉਹਨੂੰ ਅੱਗ ਲਾ ਦਿੱਤੀ। ਓਪਨ ਚੈਲੰਜ ਕਰ ਰਹੇ ਆ ਕਿ ਅਸੀਂ ਸੈਲਫ ਕਸਟੋਡੀਅਨਸ ਹਾਂ ਸਿੱਖ ਪੰਥ ਦੇ, ਸਿੱਖ ਕੌਮ ਦੇ। ਜਦ ਕਿ ਇਸ ਜੋ ਸਿਟਿੰਗ ਅਰੇਂਜਮੈਂਟਸ ਆ ਨਾ, ਇਹ ਗੱਲ 1925 ਚ ਵੀ ਉੱਠੀ ਸੀ। ਜਿਹੜੇ ਇਸ ਤਰ੍ਹਾਂ ਦੇ ਵਰਤਾਰੇ ਵਾਲੇ ਲੋਕ ਆ ਨਾ, ਇਹਨਾਂ ਨੇ ਸਾਲਾਂ ਬੱਧੀ ਤੱਕ ਉੱਥੇ ਲੰਮੇ ਅਰਸੇ ਤਾਈਂ, ਜਦੋਂ ਬਿਜਲੀ ਮਤਲਬ ਕਿ ਕਾਢ ਕੱਢੀ ਗਈ ਆ, ਇਹਨਾਂ ਨੇ ਇਲੈਕਟ੍ਰਿਸਿਟੀ ਦਰਬਾਰ ਸਾਹਿਬ ਚ ਨਹੀਂ ਸੀ ਜਾਣ ਦਿੱਤੀ। ਇਸ ਤਰ੍ਹਾਂ ਦੀ ਸੋਚ ਨੇ। ਫਿਰ ਉਹ ਮਹਾਰਾਜਾ ਫਰੀਦਕੋਟ ਨੇ ਆਪਣੇ ਸਹਿਯੋਗ ਨਾਲ, ਆਪਣੇ ਮਤਲਬ ਕਿ ਉਹਨੇ ਬਾਰ-ਬਾਰ ਪਰਸੂਏਸ਼ਨ ਨਾਲ ਤਾਂ ਕਿਤੇ ਜਾ ਕੇ ਬਿਜਲੀ ਗਈ ਸੀ ਦਰਬਾਰ ਸਾਹਿਬ ਚ। ਉਸੇ ਵੇਲੇ 1925 ਚ ਵੀ ਇਹ ਗੱਲ ਉੱਠੀ ਸੀ ਜਦੋਂ SGPC ਬਣੀ ਆ। ਉਸ ਟਾਈਮ ਤੇ ਜਦੋਂ ਭਾਈ ਕਾਹਨ ਸਿੰਘ ਨਾਭਾ ਇੱਕ ਬਹੁਤ ਮਹਾਨ ਸ਼ਖਸੀਅਤ ਹੋਇਆ ਸਿੱਖ ਕੌਮ, ਇਸੇ ਤਰ੍ਹਾਂ ਜਿਹੜੇ ਹੋ ਗਏ ਸਰਦਾਰ ਕਪੂਰ ਸਿੰਘ, ਜਿਨ੍ਹਾਂ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਦਾ ਅਵਾਰਡ ਮਿਲਿਆ ਹੋਇਆ, ਪਦਵੀ ਮਿਲੀ ਹੋਈ ਆ, ਉਹਨਾਂ ਨੇ ਇਹ ਲਿਖ ਕੇ ਆਪਣਾ ਗੌਰ ਕਰਕੇ ਫਿਰ ਉਹਨਾਂ ਨੇ ਲਿਖ ਕੇ ਪਰਚੇ ਬਣਾ ਕੇ ਪੂਰਾ ਪੇਪਰ SGPC ਨੂੰ ਦਿੱਤਾ ਸੀ ਕਿ ਇਸ ਚੀਜ਼ ਨਾਲ ਜਿਹੜਾ ਮਾਡਰਨਾਈਜੇਸ਼ਨ ਦਾ ਯੁੱਗ ਆ, ਜਿਸ ਤਰ੍ਹਾਂ ਲਾਈਫ ਸਪੈਨ ਦੇ ਵਿੱਚ ਵਾਧਾ ਹੋ ਰਿਹਾ ਵਿਦ ਪੀਰੀਅਡ ਆਫ ਟਾਈਮ, ਉਹਦੇ ਲਈ ਲੋਕਾਂ ਨੂੰ ਜਿਹੜੀਆਂ ਹੈਲਥ ਦੀਆਂ ਮੁਸ਼ਕਲਸ ਆਉਂਦੀਆਂ ਨੇ। ਈਵਨ ਤੁਸੀਂ ਬਾਹਰਲੇ ਵੈਸਟਰਨ ਵਰਲਡ 'ਚ ਦੇਖ ਲਓ, ਹੁਣ ਜਿਹੜੀ ਸਿੱਖ ਕੌਮ ਆ ਕੱਲੀ ਪੰਜਾਬ 'ਚ ਨਹੀਂ ਹੈਗੀ। ਜਿਹੜੇ ਇਸ਼ੂਸ ਪੰਜਾਬ 'ਚ ਆ ਉਹ ਜ਼ਰੂਰੀ ਨਹੀਂ ਕਿ ਉਹੀ ਇਸ਼ੂ ਵੈਸਟਰਨ ਵਰਲਡ ਵਿੱਚ ਵੀ ਹੋਣ। ਉੱਥੋਂ ਦਾ ਕਲਾਈਮੈਟਿਕ ਕੰਡੀਸ਼ਨਸ ਡਿਫਰੈਂਟ ਨੇ। ਉੱਥੇ ਤੁਸੀਂ ਕੋਈ ਵੀ ਬਿਲਡਿੰਗ ਜਾਂ ਗੁਰੂ ਘਰ ਨਹੀਂ ਬਣਾ ਸਕਦੇ ਜਿੱਥੇ ਤੁਸੀਂ ਹੈਂਡੀਕੈਪਸ ਦੇ ਲਈ, ਜਿਹੜੇ ਫਿਜ਼ੀਕਲੀ ਡਿਸੇਬਲਡ ਆ, ਉਹਨਾਂ ਦੀ ਵੀਲ ਚੇਅਰਸ ਲਈ ਤੁਸੀਂ ਕੋਈ ਉਸ ਤਰ੍ਹਾਂ ਦੀਆਂ ਬਣਾਓਗੇ ਨਹੀਂ ਸਪੇਸ। ਉਦੋਂ ਉਸ ਤੋਂ ਪਹਿਲੇ ਤੁਹਾਨੂੰ ਪਰਮਿਟ ਨਹੀਂ ਮਿਲੂਗਾ ਕਲੀਅਰੈਂਸ ਦਾ। ਉਹ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਵੀ ਆ ਰਹੀਆਂ ਕਿਉਂਕਿ ਹੁਣ ਮਾਡਰਨਾਈਜੇਸ਼ਨ ਦਾ ਸਮਾਂ। ਉਸ ਚੀਜ਼ ਨੂੰ ਤਾਂ ਸਮਝਣਾ ਨਹੀਂ ਚਾਹੁੰਦੇ। ਇਹਨਾਂ ਨੇ ਆਪਣਾ ਜੇ ਸਿੱਖ ਰਹਿਤ ਮਰਿਆਦਾ ਬਣੀ ਹੋਈ ਆ, ਇੱਕ ਜਿਹੜਾ ਸੈਟ ਆਫ ਰੂਲਸ ਆ ਵਿਦ ਟਾਈਮਸ, ਉਹਨਾਂ ਵਿੱਚ ਤਬਦੀਲੀ ਹੋਈ ਵੀ ਹੋਈ ਆ, ਨਹੀਂ ਹੋਈ ਤਾਂ ਹੋਣੀ ਚਾਹੀਦੀ ਆ। ਆਪਾਂ ਸਿੱਖ ਧਰਮ ਵਿੱਚ ਸਿੱਖ ਕੌਮ ਦੇ ਨਾਲ ਆਪਣੇ ਸਿੱਖਾਂ ਨੂੰ ਜੋੜਨਾ ਕਿ ਤੋੜਨਾ। ਜਿਹੜੇ ਹੁਣ ਫਿਜ਼ੀਕਲੀ ਡਿਸੇਬਲ ਨੇ, ਗੋਡਿਆਂ 'ਚ ਦਰਦ ਨੇ, ਕੀ ਉਹਨਾਂ ਨੂੰ ਆਪਾਂ ਗੁਰਦੁਆਰਿਆਂ 'ਚ ਵੜਨੋਂ ਰੋਕ ਦਾਂਗੇ? ਇਹ ਜਿਸ ਤਰ੍ਹਾਂ ਦਾ ਬੁਨਿਆਦ ਪ੍ਰਸਤੀ ਦਾ, ਫੰਡਾਮੈਂਟਲਿਜ਼ਮ ਦਾ ਜਾਂ ਤਾਲਿਬਾਨ ਦੀ ਸੋਚ ਨੂੰ ਇੱਥੇ ਦੱਸਿਆ ਜਾ ਰਿਹਾ ਕਿ ਅਸੀਂ ਤਾਂ ਉਸ ਤਰ੍ਹਾਂ ਜਿਵੇਂ ਤਾਲਿਬਾਨੀ ਲਿਆਏ ਸੀ, ਇਸ ਤਰ੍ਹਾਂ ਅਸੀਂ ਇੱਥੇ ਵਰਤਾਰਾ ਲਿਆਉਣਾ। ਇਹ ਮਤ ਖਿਆਲ ਕਰਨ, ਇੱਦਾਂ ਦਾ ਵਰਤਾਰਾ ਪੰਜਾਬ 'ਚ ਕਦੀ ਵੀ ਉਸ ਚੀਜ਼ ਨੂੰ ਸਪੇਸ ਨਹੀਂ ਮਿਲੂਗੀ। ਹਾਂ, ਵਕਤੀ ਤੌਰ ਤੇ ਖੌਰੂ ਪਾਉਣ ਨੂੰ ਜ਼ਰੂਰ ਸਪੇਸ ਮਿਲ ਜੂਗੀ। ਸਰ, ਇੱਕ ਬਹੁਤ ਵੱਡਾ ਇਸ਼ੂ ਇਹ ਹੈਗਾ ਕਿ ਜੋ ਬੇਅਦਬੀ ਦਾ ਇਨਸਾਫ ਲੈਣ ਦੇ ਲਈ ਮੋਰਚਾ ਹੈ,
ਉੱਥੇ ਇੱਕ ਪੰਥਕ ਇਕੱਠ ਹੋਇਆ ਸੀ ਜੀ ਕੁਛ ਮਹੀਨੇ ਪਹਿਲਾਂ, ਤਾਂ ਉਹਦੇ ਵਿੱਚ ਕਿਹਾ ਗਿਆ ਸੀ ਪੰਜਾਬ ਦੇ ਸਪੀਕਰ ਵੱਲੋਂ ਵੀ ਕਿ 1 ਮਹੀਨੇ ਦੇ ਵਿੱਚ ਤੁਹਾਨੂੰ ਇਨਸਾਫ ਦੇਵਾਂਗੇ ਔਰ ਆਪਾਂ ਇਸ ਮੋਰਚੇ ਦੀ ਸਕਸੈਸ ਨੂੰ ਸੈਲੀਬ੍ਰੇਟ ਕਰਦੇ ਹੋਵਾਂਗੇ। ਔਰ ਨਾਲ ਹੀ ਇੱਕ ਪੰਥਕ ਲੀਡਰ, ਆਪੋ ਬਣੇ ਪੰਥਕ ਲੀਡਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ 1.5 ਮਹੀਨੇ ਤੱਕ ਸਾਨੂੰ ਇਨਸਾਫ ਮਿਲ ਗਿਆ ਤਾਂ ਠੀਕ ਆ, ਨਹੀਂ ਤਾਂ ਸਾਨੂੰ ਲੈਣਾ ਵੀ ਆਉਂਦਾ ਹੈ। ਉਹ ਗੱਲ ਵੱਖਰੀ ਹੈ ਕਿ ਉਹ ਅੱਜ-ਕੱਲ੍ਹ ਕੁਰਸੀਆਂ ਐਂਡ ਸਟੂਲਸ ਨੂੰ ਬਾਹਰ ਕੱਢਣ ਦੇ ਵਿੱਚ ਹੀ ਸਿਟਿੰਗ ਅਰੇਂਜਮੈਂਟ ਗੁਰਦੁਆਰਿਆਂ ਦੇ ਮੈਨੇਜ ਕਰਨ 'ਚ ਬਿਜ਼ੀ ਨੇ। ਪਰ ਸੁਖਰਾਜ ਸਿੰਘ ਨਿਆਮੀਵਾਲਾ ਕੰਟੀਨਿਊਅਸ ਬੈਠੇ ਨੇ ਜੀ, ਬਹੁਤ ਲੰਬਾ ਧਰਨਾ ਹੋ ਚੁੱਕਾ ਹੈ ਔਰ ਹੁਣ ਉਹਨਾਂ ਨੇ ਹਾਈਵੇ ਜਾਮ ਕਰਨ ਦੀ ਗੱਲ ਕੀਤੀ ਔਰ ਕੁਲਤਾਰ ਸਿੰਘ ਸੰਧਵਾਂ ਜੀ ਨੇ ਖੁਦ ਪ੍ਰੋਮਿਸ ਕੀਤਾ ਸੀ। ਹੁਣ ਤੁਸੀਂ ਇਹਦੇ 'ਚ ਮੋਰੈਲਿਟੀ ਦੇ ਪੱਖ ਤੋਂ ਜਦੋਂ ਆਪਾਂ ਦੇਖੀਏ ਤਾਂ ਫਿਰ ਇਹਨੂੰ ਕਿਵੇਂ ਲਿਆ ਜਾਵੇ ਸਰ? ਮੈਂ ਤਾਂ ਪਹਿਲੇ ਹੀ ਦੱਸਿਆ ਵੀ ਜਿਸ ਤਰ੍ਹਾਂ ਦਾ ਇੱਥੇ ਵਰਤਾਰਾ ਦਿੱਲੀ ਦਰਬਾਰੀਆਂ ਦਾ ਚੱਲ ਰਿਹਾ ਨਾ, ਇਟਸ ਟੋਟਲੀ ਬੇਸਡ ਔਨ ਫਿਗਮੈਂਟ ਆਫ ਇਮੈਜੀਨੇਸ਼ਨ। ਇੱਥੇ ਕਲਪਨਾ ਦੁਨੀਆ 'ਚ ਇਹ ਸਰਕਾਰ ਜਿਹੜੀ ਹੈ ਜਿਉਂ ਰਹੀ ਹੈ, ਇਸ ਤਰ੍ਹਾਂ ਦੇ ਕਲਪਨਾਕਸ ਦੇ ਵਿੱਚ ਇਮੈਜੀਨੇਸ਼ਨ ਦੇ ਵਿੱਚ ਜਿਹੜੀ ਫਿਗਮੈਂਟ ਆ ਉਹ ਜਾ ਕੇ ਐਂ ਕਿਤੇ ਨਾ ਕਿਤੇ ਜਾ ਕੇ ਐਲਾਨ ਕਰੇ ਆਉਂਦੇ ਆ। ਫਿਰ ਉਹ ਜਦੋਂ ਮੋਰੈਲਿਟੀ ਦਾ ਇਸ਼ੂ ਉੱਠਦਾ ਤਾਂ ਫਿਰ ਇਹਨਾਂ ਕੋਲੇ ਕੋਈ ਆਨਸਰ ਨਹੀਂ ਹੁੰਦਾ। ਜਿਹੜਾ ਨਾ ਤੁਸੀਂ ਕਹਿੰਦੇ ਕਿ ਇਨਸਾਫ ਨਹੀਂ ਮਿਲਿਆ, ਮੈਂ ਅੱਜ ਦੇਖ ਰਿਹਾ ਸੀ ਕਿ ਕੱਲ ਇਲਾਹਾਬਾਦ ਹਾਈ ਕੋਰਟ ਦੇ ਜਿਹੜਾ ਲਖਨਊ ਬੈਂਚ ਆ ਉਹਨਾਂ ਨੇ ਇੱਕ ਫੈਸਲਾ ਦਿੱਤਾ। ਉਹ ਫੈਸਲਾ ਦਿੱਤਾ 31 ਸਾਲਾਂ ਬਾਅਦ 12 ਜੁਲਾਈ 1991 ਨੂੰ ਸਿੱਖ ਸ਼ਰਧਾਲੂਆਂ ਦਾ ਜੱਥਾ ਆ ਰਿਹਾ ਸੀ 25 ਜਣਿਆਂ ਦਾ ਹਜੂਰ ਸਾਹਿਬ ਤੋਂ ਵਾਪਸ। ਉਹਨਾਂ ਨੂੰ ਪੀਲੀਭੀਤ ਨੇੜੇ ਯੂਪੀ ਪੁਲਿਸ ਨੇ ਰੋਕ ਕੇ ਉਹਨਾਂ ਨੂੰ ਅੱਤਵਾਦੀ ਦੱਸ ਕੇ 10 ਬੰਦਿਆਂ ਦਾ ਉੱਥੇ ਫੇਕ ਐਨਕਾਊਂਟਰ ਹੋਇਆ ਸੀਗਾ। ਉਹਨਾਂ ਚੋਂ 10 ਤੋਂ ਇਲਾਵਾ ਇੱਕ ਬੰਦਾ ਅੱਜ ਤੱਕ ਵੀ ਲੱਭਿਆ ਹੀ ਨਹੀਂ। ਉਹ ਪਰ ਉਸ ਟਾਈਮ ਤੇ ਬੋਡੀਜ਼ ਮਿਲ ਗਈਆਂ ਸੀਗੀਆਂ, ਰੌਲਾ ਪਿਆ, ਪ੍ਰੈਸ਼ਰ ਪੈਣ ਕਰਕੇ ਸੁਪਰੀਮ ਕੋਰਟ ਤੱਕ ਗੱਲ ਗਈ ਤਾਂ 92 ਦੇ ਵਿੱਚ ਸੁਪਰੀਮ ਕੋਰਟ ਨੇ CBI ਦੀ ਜਿਹੜਾ ਇਨਕੁਆਇਰੀ ਦਾ ਆਰਡਰ ਕਰਤਾ ਸੀ। ਉਸ ਤੋਂ ਬਾਅਦ ਇਹ ਕੇਸ ਚੱਲਿਆ ਲੰਮਾ ਚਿਰ। ਇਹ 57 ਪੁਲਿਸਮੈਨ ਤੇ ਕੇਸ ਸੀਗਾ। ਅਲਟੀਮੇਟਲੀ ਟ੍ਰਾਇਲ ਕੋਰਟ ਨੇ 2016 ਚ ਮੰਨਿਆ ਕਿ ਫੇਕ ਐਨਕਾਊਂਟਰ ਸੀਗਾ। ਉਦੋਂ ਤੱਕ 10 ਪੁਲਿਸਮੈਨ ਕੇ 13 ਦੀ ਡੈਥ ਹੋ ਚੁੱਕੀ ਸੀ। ਉੱਥੇ 43 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਉਹ ਪਰ ਜਦੋਂ ਉਹਨਾਂ ਨੇ ਅੱਗੇ ਚੈਲੰਜ ਕੀਤਾ ਜਿਨ੍ਹਾਂ ਨੂੰ ਸਜ਼ਾ ਹੋਈ ਸੀ, ਤਾਂ ਹੁਣ ਕੱਲ ਇਲਾਹਾਬਾਦ ਹਾਈ ਕੋਰਟ ਦਾ ਲਖਨਊ ਬੈਂਚ ਦਾ ਫੈਸਲਾ ਆਇਆ ਜਸਟਿਸ ਯਾਦਵ ਤੇ ਜਸਟਿਸ ਸਿਨਹਾ ਦੀ ਕੋਰਟ 'ਚ। ਉਹਨਾਂ ਨੇ ਉਹ ਜਿਹੜੀ ਉਮਰ ਕੈਦ ਦੀ ਸਜ਼ਾ ਸੀਗੀ ਉਹਨੂੰ ਓਵਰਟਰਨ ਕਰਤਾ ਤੇ ਸਿਰਫ 7 ਸਾਲ ਦੀ ਸਜ਼ਾ ਸੁਣਾਈ ਆ ਤੇ 10,000 ਰੁਪਏ ਜੁਰਮਾਨਾ। ਹੁਣ ਇਹਦੇ ਤੋਂ ਤੁਸੀਂ ਕੀ ਨਿਚੋੜ ਕੱਢੋਗੇ? ਇਦਾਂ ਦੇ ਕਈ ਕੇਸ ਹਜ਼ਾਰਾਂ ਦੀ ਤਾਦਾਦ ਵਿੱਚ ਅੱਜ ਵੀ ਪੰਜਾਬ ਵਿੱਚ ਜਿਹੜੇ ਨਾ ਆਪਣੀ ਸੁਣਵਾਈ ਲੱਭ ਰਹੇ ਆ। ਜਿਹੜੀ ਨਾ ਕੈਟ, ਹੁਣ ਇੱਕ ਕੈਟ ਬੜੀਆਂ ਵੈਬ ਸੀਰੀਜ਼ ਜਿਹੜੀ ਕਿ ਉਸ ਟਾਈਮ ਦਾ ਵਰਤਾਰਾ ਦਿਖਾਉਂਦੀ ਆ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਨੇ ਆਪਣੇ ਸਿੱਖ ਸਫਾਂ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਅਨਸਰ ਲਿਆਂਦੇ ਜਿਨ੍ਹਾਂ ਨੂੰ ਪੁਲਿਸ ਕੈਟ ਬਣਾ ਕੇ ਇਹਨਾਂ ਨੇ ਅਜ਼ਹਾਰ ਆਲਮ ਵਰਗਿਆਂ ਨੂੰ ਜਿਨ੍ਹਾਂ ਨੂੰ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੱਡੀਆਂ ਉਪਾਧੀਆਂ ਦੇ ਕੇ ਨਵਾਜਿਆ, ਕਿਉਂਕਿ ਉਹਨਾਂ ਨੇ ਸਿੱਖ ਨੌਜਵਾਨਾਂ ਦੇ ਕਤਲ ਕੀਤੇ ਸੀ, ਨੰਗੇ ਨਾਚ ਨੱਚੇ ਸੀ। ਤੇ ਉਹਨਾਂ ਨੂੰ ਰਿਵਾਰਡ ਕੌਣ ਦੇ ਰਿਹਾ ਸੀ? ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ, ਬਤੌਰ ਚੀਫ ਮਿਨਿਸਟਰ, ਬਤੌਰ ਡਿਪਟੀ ਚੀਫ ਮਿਨਿਸਟਰ। ਉਹਨਾਂ ਦੀ ਵਾਈਫ ਇੱਥੇ ਚੀਫ ਪਾਰਲੀਮੈਂਟਰੀ ਸੈਕਟਰੀ ਰਹੀ ਆ, MLA ਰਹੇ ਆ। ਉਹਨਾਂ ਨੇ ਇਸ ਤਰ੍ਹਾਂ ਦੀਆਂ ਸੈਨਾ ਬਣਾਈਆਂ ਸੀ, ਜਿਹਦੀ ਕਿ ਹੁਣ ਕੈਟ ਜਿਹੜੀ ਵੈਬ ਸੀਰੀਜ਼ ਆਈ ਆ ਉਹਦੇ ਵਿੱਚ ਬਾਖੂਬੀ ਨਾਲ ਦਿਖਾਇਆ ਗਿਆ ਕਿ ਕਿੰਨਾ ਡਰਾਉਣਾ ਪਰਛਾਵਾਂ ਸੀ। ਮੇਰਾ ਕਹਿਣ ਤੋਂ ਭਾਵ ਆ ਕਿ ਇੱਥੇ ਨਾ ਸਦਰਸ਼ਨ ਫਾਕਰ ਦੀਆਂ ਲਾਈਨਾਂ ਜੁੜਦੀਆਂ ਨੇ, ਸਜਾ ਦੇ, ਸਿਲਾ ਦੇ, ਮਿਟਾ ਦੇ, ਬਣਾ ਦੇ, ਮਗਰ ਉਹ ਕੋਈ ਫੈਸਲਾ ਤਾਂ ਸੁਣਾ ਦੇ। ਕੋਈ ਸਾਨੂੰ ਫੈਸਲਾ ਤਾਂ ਸੁਣਾ ਦਿਓ ਬੇਅਦਬੀ 'ਚ ਕਿ ਅਸੀਂ ਕਿਹੜੇ ਤਰ ਪੱਤਣ ਲੱਗੀਏ। ਇੱਕ ਪਾਸੇ ਤਾਂ ਭਾਰਤ ਨੇ ਈਰਾਨ ਦੇ ਖਿਲਾਫ ਉਹ ਵੋਟਿੰਗ ਕਰਨ ਤੋਂ ਐਬਸਟੇਨ ਕੀਤਾ ਹੈ, ਉਹਦੀ ਗੱਲ ਤੁਸੀਂ ਦੱਸ ਵੀ ਚੁੱਕੇ ਹੋ। ਲੇਕਿਨ ਉੱਥੋਂ ਦਾ ਜਿਹੜਾ ਪ੍ਰੋਟੈਸਟ ਹੈ, ਉਹ ਪ੍ਰੋਟੈਸਟਰਸ ਦੇ ਖਿਲਾਫ ਈਰਾਨ ਦੀ ਹਕੂਮਤ ਬਹੁਤ ਸਖਤ ਹੋ ਚੁੱਕੀ ਹੈ, ਲੀਥਲ ਹੋ ਚੁੱਕੀ ਹੈ ਸਰ। ਉਸ ਚੀਜ਼ ਨੂੰ ਇੱਕ ਵਾਰੀ ਜ਼ਰੂਰ ਤੁਸੀਂ ਦਰਸ਼ਕਾਂ ਲਈ ਲੈ ਕੇ ਆਓ ਸਰ। ਜਿਹੜਾ ਇਸ ਟਾਈਮ ਤੇ ਇਰਾਨ 'ਚ ਨਾ ਸਪਟੈਂਬਰ 13 ਦੇ ਵਿੱਚ ਪ੍ਰੋਟੈਸਟ ਚੱਲ ਰਹੇ, ਉਦੋਂ ਸਪਟੈਂਬਰ 16 ਨੂੰ ਇੱਕ 13 ਤਰੀਕ ਨੂੰ ਕੁੜੀ ਫੜੀ ਸੀ ਮਾਸ਼ਾ ਆਮਨੀ। ਉਹ ਇਰਾਨੀਅਨ ਕੁਰਦ ਆ। ਜਿਹੜੇ ਕੁਰਦ ਹੈਗੀ ਆ ਨਾ, ਇੱਕ ਇੱਦਾਂ ਦਾ ਕਬੀਲਾ ਹੈਗਾ ਕਿ 5 ਮੁਲਕਾਂ ਦੇ ਵਿੱਚ
ਸਾਰਿਆਂ ਨਾਲੋਂ ਵੱਡੀ ਇਹ ਇੱਕ ਨੰਬਰ ਆ ਕਮਿਊਨਿਟੀ ਦਾ, ਜਿਹੜੇ ਕਿ ਅੱਜ ਵੀ ਆਪਣੇ ਹੱਕ ਪ੍ਰਾਪਤ ਨਹੀਂ ਕਰ ਸਕੇ ਤੇ ਲੰਮੇ ਚਿਰ ਤੋਂ ਇਹ ਲੜ ਰਹੇ ਨੇ। ਭਾਵੇਂ ਹੈ ਮੁਸਲਮਾਨ ਨੇ ਸਾਰੇ, ਪਰ ਇਹ ਅੱਡ-ਅੱਡ ਮੁਲਕਾਂ ਦੇ ਵਿੱਚ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਦਾ ਦਬਾਅ ਚੱਲ ਰਹੇ ਨੇ, ਉਹਨਾਂ ਦਾ ਜ਼ੁਲਮ ਚੱਲ ਰਹੇ ਨੇ। ਇਸੇ ਤਰ੍ਹਾਂ ਇੱਕ ਹਿੱਸਾ ਇਹਨਾਂ ਦਾ ਇਰਾਨ 'ਚ, ਉਸ ਹਿੱਸੇ ਨਾਲ ਜਿਹੜੀ ਮਾਸ਼ਾ ਅਮਨੀ ਸੀ, ਉਹਨੂੰ ਉੱਥੋਂ ਦੀ ਮੋਰੈਲਿਟੀ ਪੁਲਿਸ, ਜਿੱਦਾਂ ਦੇ ਇੱਥੇ ਪੰਜਾਬ 'ਚ ਹੁਣ ਪਰਛਾਵਾਂ ਦੇ ਰਹੇ ਆ ਕਿ ਜਿਹੜੀਆਂ ਲੇਡੀਜ਼ ਨੇ ਉਹਨਾਂ ਨੇ ਜੀ ਮੇਕਅਪ ਨਹੀਂ ਕਰਨਾ, ਇਸ ਤਰ੍ਹਾਂ ਦੀ ਆਪਣੀ ਜਿਹੜੀ ਪਰਸਨਲ ਗਰੂਮਿੰਗ ਨਹੀਂ ਕਰਨੀ, ਇਸ ਤਰ੍ਹਾਂ ਦੇ ਰੌਲੇ ਇਰਾਨ 'ਚ ਵੀ ਨੇ। ਉੱਥੇ ਕਾਨੂੰਨ ਬਣੇ ਹੋਏ ਆ, ਉਹਨਾਂ ਨੇ ਉਸ ਨੂੰ ਕਾਨੂੰਨ ਦੀ ਉਲੰਘਣਾ ਕਰਕੇ ਕਿ ਉਹਨੇ ਫੇਸ ਆਪਣਾ ਚੰਗੀ ਤਰ੍ਹਾਂ ਢਕਿਆ ਨਹੀਂ ਸੀ ਹੋਇਆ, ਉਹਨੂੰ ਪੁਲਿਸ ਨੇ ਅਰੈਸਟ ਕਰ ਲਿਆ ਮੋਰੈਲਿਟੀ ਪੁਲਿਸ। ਉਸ ਤੋਂ ਬਾਅਦ ਉਹਦੀ ਪੁਲਿਸ ਟਾਰਚਰ ਦੇ ਦੌਰਾਨ ਡੈਥ ਹੋ ਜਾਂਦੀ ਆ 16 ਸਤੰਬਰ ਨੂੰ। ਉਸ ਤੋਂ ਬਾਅਦ ਲਗਾਤਾਰ ਵੂਮੈਨਸ ਨੇ ਜਿਹੜੀ ਲੈਡ ਮੂਵਮੈਂਟ ਆ ਉਹ ਸਾਰੇ ਇਰਾਨ 'ਚ ਫੈਲ ਚੁੱਕੀ ਆ। ਲੋਕ ਈਵਨ ਜਿਹੜਾ ਉੱਥੋਂ ਦਾ ਹੈਡ ਹੈਗਾ, ਰਿਲੀਜੀਅਸ ਹੈਡ, ਜਿਹੜਾ ਕਿ ਟੋਟਲ ਸੁਪਰੀਮ ਲੀਡਰ ਆ ਇਰਾਨ ਦਾ, ਉਹਦੀ ਸਿਸਟਰ ਖਮੈਨੀ ਦੀ, ਆਇਤੁੱਲਾ ਖੈਮਨੀ ਦੀ, ਉਹ ਵੀ ਓਪਨਲੀ ਆਪਣੇ ਭਰਾ ਦੇ ਉਲਟ ਬੋਲ ਰਹੀ ਆ ਤੇ ਉਹ ਕਹਿ ਰਹੀ ਹੈ ਕਿ ਰਜੀਮ ਚੇਂਜ ਹੋਣਾ ਚਾਹੀਦਾ। ਇਸ ਕਰਕੇ 18,000 ਤੋਂ ਉੱਤੇ ਲੋਕੀ ਅੰਡਰ ਅਰੈਸਟ ਨੇ। ਹੁਣ ਇਹਨਾਂ ਨੇ ਜਿਹੜੇ ਫੜੇ ਹੋਏ ਨੇ ਉਹਨਾਂ ਚੋਂ ਬਹੁਤਿਆਂ ਤੇ ਡੈਥ ਸੈਂਟੈਂਸ ਦੇ ਟ੍ਰਾਇਲ ਚੱਲ ਰਹੇ ਨੇ। 2 ਬੰਦਿਆਂ ਨੂੰ ਹੁਣ ਤੱਕ ਇਹ ਡੈਥ ਸੈਂਟੈਂਸ ਦੇ ਚੁੱਕੇ ਨੇ। ਈਵਨ ਉੱਥੋਂ ਦਾ ਜਿਹੜਾ ਇੰਟਰਨੈਸ਼ਨਲ ਫੁੱਟਬਾਲਰ ਪਲੇਅਰ ਆ, ਜਿਹੜਾ ਹੁਣ ਇਰਾਨ ਨੈਸ਼ਨਲ ਟੀਮ ਵਿੱਚ ਖੇਡਿਆ ਸੀਗਾ ਕਤਰ ਦੇ ਵਿੱਚ, ਉਦੋਂ ਵੀ ਜਿਹੜੀ ਇਰਾਨ ਦੀ ਨੈਸ਼ਨਲ ਸੌਕਰ ਟੀਮ ਸੀ, ਉਹਨਾਂ ਨੇ ਐਜ਼ ਅ ਸਿੰਬਲ ਆਫ ਪ੍ਰੋਟੈਸਟ ਉਹਨਾਂ ਨੇ ਜਿਹੜਾ ਨੈਸ਼ਨਲ ਐਂਥਮ ਵਿੱਚ ਇਰਾਨ ਦੇ ਪਾਰਟਿਸਿਪੇਟ ਨਹੀਂ ਕੀਤਾ। ਇਸੇ ਤਰ੍ਹਾਂ ਉਹਨਾਂ ਦੀ ਇੱਕ ਕਲਾਈਂਬਰ ਹੈਗੀ ਆ ਕੁੜੀ, ਉਹਨੇ ਵੀ ਕੋਰੀਆ 'ਚ ਜਦੋਂ ਇੰਟਰਨੈਸ਼ਨਲ ਕੰਪੀਟੀਸ਼ਨ 'ਚ ਗਈ ਤਾਂ ਉਹਨੇ ਉੱਥੇ ਆਪਣਾ ਜਿਹੜਾ ਹਿਜਾਬ ਪਹਿਨਣ ਤੋਂ ਤੇ ਸਕਾਰਫ ਲੈਣ ਤੋਂ ਨਾ ਕਰਦੀ ਸੀ ਐਜ਼ ਅ ਪ੍ਰੋਟੈਸਟ। ਹੁਣ ਉਹਦਾ ਜਦੋਂ ਵਾਪਸ ਆਈ ਆ ਕੋਰੀਆ ਤੋਂ ਤਾਂ ਉਹਦਾ ਘਰ ਜਿਹੜਾ ਜੱਦੀ ਘਰ ਸੀਗਾ ਉਹ ਮੋਰੈਲਿਟੀ ਪੁਲਿਸ ਨੇ ਢਾਹ ਦਿੱਤਾ ਔਨ ਕੋਰਟ ਆਰਡਰਸ। ਜਿਹੜੀ ਐਕਸੀਕਿਊਸ਼ਨ ਹੋਈ ਆ ਉਹ ਵੀ 23 ਸਾਲਾਂ ਦਾ ਸੀ ਮੋਹਸਿਨ। ਜਿਹੜੀ ਸੈਕੰਡ ਮਾਜ਼ਦ ਦੀ ਹੋਈ ਆ ਉਹ ਵੀ 23 ਸਾਲਾਂ ਦਾ ਸੀ। ਪਰ ਸੈਕੰਡ ਦੇ ਵਿੱਚ ਬਾਰਬੈਰਿਟੀ, ਬਰੂਟੈਲਿਟੀ ਆਫ ਇਰਾਨ ਦੀ ਜਿਹੜੀ ਸਟੇਟ ਆ ਉਹ ਸਾਹਮਣੇ ਆਈ ਆ ਕਿ ਜਦੋਂ ਉਹਨੂੰ ਫਾਂਸੀ ਦਿੱਤੀ, ਉਹਨੂੰ ਪਬਲਿਕ ਫਾਂਸੀ ਦਿੱਤੀ ਆ। ਉਹਦੇ ਹੱਥ ਪਿੱਛੇ ਬੰਨੇ ਹੋਏ ਸੀਗੇ ਤੇ ਉਹਦੇ ਗਲ ਵਿੱਚ ਰੱਸਾ ਜਿਹੜਾ ਲਟਕਾਇਆ ਗਿਆ ਉਹ ਕ੍ਰੇਨ ਤੋਂ ਲਟਕਾਇਆ ਗਿਆ। ਕ੍ਰੇਨ ਤੋਂ ਥੱਲੇ ਜਿਹੜਾ ਕ੍ਰੇਨ ਦਾ ਅਗਲਾ ਪਾਸਾ ਹੁੰਦਾ, ਉੱਥੋਂ ਥੱਲੇ ਉਹਦੀ ਲਾਸ਼ ਪਬਲਿਕ ਸਫੇਅਰ ਦੇ ਵਿੱਚ ਲਟਕਦੀ ਹੋਈ ਦਿਖਾਈ ਦਿੱਤੀ ਸਵੇਰ ਵੇਲੇ ਲੋਕਾਂ ਨੂੰ। ਆ ਉੱਥੇ ਹਾਲਾਤ ਆ। ਇਹਨਾਂ ਹਾਲਾਤਾਂ 'ਚ ਜੇ ਹੁਣ ਵਰਲਡ ਬਾਡੀ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਕਮਿਸ਼ਨ ਔਨ ਸਟੇਟਸ ਆਫ ਵੂਮਨ, ਜੇ ਇਸ ਕਰਕੇ ਉਹਨਾਂ ਨੇ ਇਰਾਨ ਦੀ ਮੈਂਬਰਸ਼ਿਪ ਆ ਜਿਹੜੀ ਖਾਰਜ ਕਰਤੀ ਉਸ ਬਾਡੀ ਵਿੱਚੋਂ, ਪਰ ਇੰਡੀਆ ਨੇ ਉਸ ਵੋਟਿੰਗ ਪ੍ਰੋਸੈਸ ਦੇ ਦੌਰਾਨ ਇੱਕ ਨਿਊਟਰਲ ਸਟੈਂਸ ਲੈਂਦੇ ਹੋਏ ਆਪਣੇ ਆਪ ਨੂੰ ਐਬਸਟੇਨ ਕਰ ਲਿਆ। ਥੈਂਕ ਯੂ ਮਨਵੀਰ। ਥੈਂਕ ਯੂ ਸਰ। ਆਪਾਂ ਇਸ ਗੱਲਬਾਤ ਨੂੰ ਅਗਲੇ ਹਫਤੇ ਜਾਰੀ ਰੱਖਾਂਗੇ। ਹੈਪੀ ਵੀਕਐਂਡ ਸਰ। ਥੈਂਕ ਯੂ ਸੋ ਮਚ।